देख रही साध संग जी। जय गुरुदेव, धन गुरुदेव, जय भीम, जय भारत, जय वाल्मीकि। आओ सतगुरु दास महाराज का ओट आसरा लैके प्रोग्राम की शुरुआत करते हाँ। साडा मकसद किसी दी भावना नूं ठेस पहुँचाना नहीं, साडा मकसद समाज में हो रही गतिविधियों नूं तुहाडे तक पहुँचाना है। हरेक वीरवार की तरह तुहाडे रूबरू हो रहे हैं। जिस तरह कि मैं हरेक प्रोग्राम में दस्या करता हाँ कि जदों भी साडे कोल कोई भारत देश की धरती तो साडा कोई रिश्तेदार भैन भरा आउंदा है, ਜਾਂ कोई कलाकार आउंदा है, ਜਾਂ साधु संत समाज ਦੇ ਵਿੱਚ ਆਉਂਦਾ है, ਜਾਂ ਕਿਸੇ भी पार्टी का कोई नुमाइंदा आउंदा है, तो ਅਸੀਂ ਉਸ ਨੂੰ ਆਜ਼ਾਦ ਟੀਵੀ ਦੇ ਉੱਤੇ ਸੱਦਾ ਪੱਤਰ ਦਿੰਦੇ ਹਾਂ ਤੇ ਉਹ ਸਾਡੇ ਆਜ਼ਾਦ ਟੀਵੀ ਦੇ ਜਿਹੜੇ ਕਬੂਲ ਕਰਦੇ ਹਨ ਆਜ਼ਾਦ ਟੀਵੀ ਤੇ ਆਉਣਾ। ਤੇ ਜਿਸ ਤਰ੍ਹਾਂ ਅੱਜ ਵੀ ਮੈਂ ਤੁਹਾਡੇ ਨਾਲ ਇੱਕ ਨਵੇਂ ਗੈਸਟ ਜੋ ਭਾਰਤ ਦੇਸ਼ ਦੀ ਧਰਤੀ ਤੋਂ ਆਏ ਹੋਏ ਹਨ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਜਾਵਾਂਗਾ। ਤੇ ਜੋ ਬਹੁਤ ਹੀ ਥੋੜੇ ਹੀ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਹੀ ਮੱਲਾਂ ਮਾਰੀਆਂ ਹਨ, ਜਿਨ੍ਹਾਂ ਨੇ ਬਹੁਤ ਹੀ ਪਪੂਲੈਰਿਟੀ ਲਈ ਹੈ ਤੇ ਇੱਕ ਜੰਗ ਉਮਰ ਦੇ ਵਿੱਚ ਕਿਸੇ ਦਾ ਇਸ ਤਰ੍ਹਾਂ ਅੱਗੇ ਆਉਣਾ ਪੰਜਾਬੀ ਕਲਾਕਾਰੀ ਦੇ ਵਿੱਚ ਉਹ ਸਮਾਜ ਦੀ ਸੇਵਾ ਦੇ ਲਈ ਇੱਕ ਬਹੁਤ ਹੀ ਵੱਡੀ ਸਮਾਜ ਦੇ ਲਈ ਗੱਲ ਹੈ। ਤੇ ਮੇਰਾ ਮਤਲਬ ਹੈ ਕਿ ਸਾਡੇ ਕੋਲ ਅੱਜ ਸਟੂਡੀਓ ਦੇ ਵਿੱਚ ਮੋਨਕਾ ਆਰਪੀ ਜੀ ਆਇਆ ਜੀ। ਮੋਨਕਾ ਆਰਪੀ ਜੀ, ਜੈ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ। ਹਾਂਜੀ, ਤੇ ਉਹਨਾਂ ਦੇ ਨਾਲ ਤੁਸੀਂ ਪਿਛਲੇ ਹਫ਼ਤੇ ਵੀ ਦੇਖਿਆ ਸੀ ਤਨੂ ਜੀ ਜੋ ਦਿੱਲੀ ਤੋਂ ਆਏ ਹੋਏ ਹਨ। ਤਨੂ ਜੀ, ਜੈ ਗੁਰਦੇਵ ਜੀ। ਜੈ ਗੁਰਦੇਵ। ਤੇ ਮੈਂ ਜੋ ਮੋਨਕਾ ਜੀ ਆਏ ਹੋਏ ਹਨ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਤੇ ਜਿਸ ਤਰ੍ਹਾਂ ਗੱਲਬਾਤ ਕਰਦੇ ਜਾਵਾਂਗੇ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਕਲਿੱਪ ਵੀ ਦਿਖਾਉਂਦੇ ਜਾਵਾਂਗੇ। ਤੇ ਮੋਨਕਾ ਜੀ, ਤੁਸੀਂ ਆਜ਼ਾਦ ਟੀਵੀ ਦੇ ਸਟੂਡੀਓ 'ਚ ਪਹਿਲਾਂ ਤੁਹਾਡਾ ਵੈਲਕਮ ਕਰਦੇ ਹਾਂ। ਧੰਨਵਾਦ ਜੀ। ਤੇ ਤੁਸੀਂ ਇੰਗਲੈਂਡ ਦੀ ਧਰਤੀ ਤੇ ਕਿਸ ਮਕਸਦ ਲਈ ਆਏ ਹੋ? ਇੰਗਲੈਂਡ ਦੀ ਧਰਤੀ ਤੇ ਮੈਨੂੰ ਇੱਥੋਂ ਪਾਰਲੀਮੈਂਟ ਦੇ ਵਿੱਚੋਂ ਸਪਾਂਸਰ ਜਿਹੜੀ ਆ ਅਮਰਜੀਤ ਸਿੰਘ ਜੀ ਨੇ ਕੀਤੀ ਸੀਗੀ ਜੀ। ਤੇ ਮੇਰਾ 5 ਤਰੀਕ ਨੂੰ ਮੇਰਾ ਪ੍ਰੋਗਰਾਮ ਸੀ ਪਾਰਲੀਮੈਂਟ ਦੇ ਵਿੱਚ ਜੀ। ਤੇ ਉਹ 5 ਤਰੀਕ ਦੀ ਜਿਹੜੀ ਤਰੀਕ ਲੰਘ ਗਈ ਆ, ਵੀਜ਼ਾ ਮੈਨੂੰ ਥੋੜਾ ਲੇਟ ਮਿਲਣ ਦੇ ਕਾਰਨ ਤਾਂ ਮੈਂ ਥੋੜਾ ਲੇਟ ਆਈ ਹਾਂ। ਅੱਛਾ, ਯਾਨੀ ਤੁਹਾਨੂੰ ਪਾਰਲੀਮੈਂਟ ਦੇ ਵਿੱਚੋਂ ਇੱਕ ਸੱਦਾ ਪੱਤਰ ਗਿਆ ਸੀ ਤੇ ਇਹਨਾਂ ਨੂੰ ਵੀਜ਼ਾ ਲੇਟ ਮਿਲਣ ਦੇ ਕਾਰਨ ਇਹ ਨਹੀਂ ਪਹੁੰਚ ਸਕੇ। ਚਲੋ ਐਨੀਵੇ, ਤੁਹਾਡਾ ਧੰਨਵਾਦ ਹੈ ਆਜ਼ਾਦ ਟੀਵੀ ਤੇ ਜੋ 26 ਤਰੀਕ ਸੰਵਿਧਾਨ ਦਿਵਸ ਸੀ, ਤੁਸੀਂ ਇੰਡੀਅਨ ਹਾਈ ਕਮਿਸ਼ਨਰ ਦੇ ਪ੍ਰੋਗਰਾਮ 'ਚ ਉੱਥੇ ਗਏ ਆ ਤੇ ਤੁਸੀਂ ਸੰਵਿਧਾਨ ਦਿਵਸ ਦੇ ਬਾਰੇ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ? ਸੰਘਰਸ਼ ਕਰਦੇ ਨੇ ਮੰਜ਼ਿਲਾਂ ਵੀ ਉਹੀ ਪਾਉਂਦੇ ਨੇ, ਸੰਘਰਸ਼ ਕਰਦੇ ਨੇ ਮੰਜ਼ਿਲਾਂ ਜੋ ਉਹੀ ਪਾਉਂਦੇ ਨੇ, ਚੰਗੇ ਹੁੰਦੇ ਨੇ ਜੋ ਯਾਦ ਸਦਾ ਉਹੀ ਆਉਂਦੇ ਨੇ, ਕੌਣ ਹੌਸਲੇ ਤੂਫਾਨਾਂ ਨੂੰ ਇਹ ਥੰਮ ਸਕਦਾ, ਸਾਡੇ ਭੀਮ ਜਿਹਾ ਕੋਈ ਵੀ ਨਹੀਂ ਜੰਮ ਸਕਦਾ। ਸੋ ਮੈਨੂੰ ਲੰਡਨ ਦੀ ਧਰਤੀ ਦੇ ਉੱਤੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਹਾਈ ਕਮਿਸ਼ਨਰ ਲੰਡਨ ਇੰਡੀਆ ਦੇ ਵਿੱਚ ਮੈਨੂੰ ਜਾਣ ਦਾ 5 ਮਿੰਟ ਬੋਲਣ ਦਾ ਮੌਕਾ ਮਿਲਿਆ। ਮੇਰੇ ਲਈ ਉਹ ਬਹੁਤ ਸੁਨਹਿਰੀ ਪਲ ਸੀ ਤੇ ਜੋ ਕਿ ਮੇਰੇ ਲਈ ਜ਼ਿੰਦਗੀ ਦੇ ਵਿੱਚ ਖਾਸ ਹੋਏ ਆ। ਜਿੱਥੇ ਬਾਬਾ ਸਾਹਿਬ ਜੀ ਆਏ ਸੀ, ਜਿੱਥੇ ਆ ਕੇ ਉਹਨਾਂ ਨੇ ਸਟੱਡੀ ਕੀਤੀ ਤੇ ਅੱਜ ਮੈਨੂੰ ਉੱਥੇ ਆਉਣ ਦਾ, ਉੱਥੇ ਪ੍ਰੋਗਰਾਮਾਂ ਦੇ ਵਿੱਚ ਬੋਲਣ ਦਾ ਮੌਕਾ ਮਿਲਦਾ ਆ। ਸੋ ਅਸੀਂ ਇਹ ਬਾਬਾ ਸਾਹਿਬ ਜੀ ਦਾ ਉਪਕਾਰ ਜਿਹੜਾ ਆ, ਇਹ ਦੇਣ ਜਿਹੜੀ ਆ ਕਦੀ ਵੀ ਨਹੀਂ ਭੁੱਲ ਸਕਦੇ। ਜਿਹੜਾ ਸੰਵਿਧਾਨ ਦਿਵਸ ਸੀ, ਤੁਸੀਂ ਇੰਡੀਆ ਹਾਈ ਕਮਿਸ਼ਨਰ ਦੇ ਗਏ ਆ, ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ? ਉੱਥੇ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਾ? ਬਹੁਤ ਹੀ ਵਧੀਆ, ਬਹੁਤ ਹੀ ਸਾਰਿਆਂ ਨੇ ਆਪਣੇ ਵਧੀਆ ਵਿਚਾਰ ਦਿੱਤੇ। ਸੋ ਸਾਰਾ ਇੰਤਜ਼ਾਮ ਬਹੁਤ ਵਧੀਆ ਸੀਗਾ ਤੇ ਸਾਰਿਆਂ ਨੇ ਬਹੁਤ ਉਤਸ਼ਾਹਿਤ ਕੀਤਾ ਤੇ ਬਹੁਤ ਪਸੰਦ ਕੀਤਾ ਸਾਡੇ ਬੋਲਾਂ ਨੂੰ। ਇਹ ਮੁਨਕਾ ਜੀ ਜਿਹੜੇ ਆਪੇ ਰਾਈਟਰ ਹਨ ਤੇ ਆਪੇ ਸਿੰਗਰ ਹਨ ਤੇ ਇਹਨਾਂ ਨੇ ਗੀਤ ਵੀ ਬਹੁਤ ਸਾਰੇ ਲਿਖੇ ਹਨ ਤੇ ਰਾਈਟਿੰਗ ਦੇ ਵਿੱਚ ਤੇ ਇਹਨਾਂ ਨੇ ਗੀਤ ਗਾਏ ਵੀ ਹਨ, ਜਿਨ੍ਹਾਂ ਦੀ ਅਸੀਂ ਇੱਕ ਅੱਧੀ ਝਲਕ ਤੁਹਾਨੂੰ ਪਹਿਲਾਂ ਇੱਕ ਗੀਤ ਦੇ ਰਾਹੀਂ ਕਰਾਂਗੇ। ਉਸ ਤੋਂ ਬਾਅਦ ਅਸੀਂ ਮੁਨਕਾ ਜੀ ਦੇ ਨਾਲ ਫਿਰ ਗੱਲ ਕਰਾਂਗੇ। ਆਓ ਇੱਕ ਗੀਤ ਸੁਣਦੇ ਹਾਂ ਜੀ। ਰਵਿਦਾਸੀਆਂ ਨੇ ਰੜ ਮੇਰੇ ਧਰਨੇ ਲਗਾਏ ਨੇ, ਨਿਸਰ ਕੇ ਸ਼ੇਰ ਅੱਜ ਸੜਕਾਂ ਤੇ ਆਏ ਨੇ, ਇਸ ਗੰਦੀ ਸਰਕਾਰ ਕੋਲੋਂ ਆਸ ਕਾਹਦੀ ਲਾਈਏ, ਗੰਦੀ ਸਰਕਾਰ ਕੋਲੋਂ ਆਸ ਕਾਹਦੀ ਲਾਈਏ, ਭਾਜੀ ਮੋੜ ਕੇ ਝੋਲੀ ਦੇ ਵਿੱਚ ਪਾ ਦਿਆਂਗੇ, ਗੁਰੂ ਰਵਿਦਾਸ ਜੀ ਦੇ ਸ਼ੇਰ ਪਿੱਛੇ ਹਟਦੇ ਨਹੀਂ।
ਹੁਣ ਤੁਸੀਂ ਇੱਕ ਗੀਤ ਸੁਣਿਆ ਇੱਟ ਨਾਲ ਇੱਟ ਖੜਕਾ ਦਿਆਂਗੇ। ਇਹ ਗੀਤ ਜਿਹੜਾ ਆ ਤੁਹਾਡੇ ਵਿੱਚ ਉਸ ਦੇ ਵਿੱਚ ਪਿਕਚਰਾਂ ਦੱਸਦੀਆਂ ਹਨ ਕਿ ਤੁਗਲਕਾ ਬਾਗ ਜੋ ਮੰਦਿਰ ਸਤਿਗੁਰੂ ਦਾਸ ਮਹਾਰਾਜ ਦਾ ਮੰਦਿਰ ਜੋ ਸਿਕੰਦਰ ਲੋਧੀ ਵੱਲੋਂ ਉਹਨਾਂ ਨੂੰ ਭੇਂਟ ਕੀਤਾ ਗਿਆ ਸੀ ਉਸ ਨੂੰ ਤੋੜਿਆ ਗਿਆ। ਔਰ ਜਿਹੜੇ ਸਾਡੇ ਕਲਾਕਾਰ ਸਨ, ਨੌਜਵਾਨ ਸਨ, ਤੇ ਉਹਨਾਂ ਨੇ ਇਸ ਕਲਾਕਾਰਾਂ ਦੇ ਵਿੱਚ ਆਪਣੀ ਲਿਖਤ ਦੇ ਨਾਲ, ਪੈਨ ਦੇ ਨਾਲ ਉਹਨਾਂ ਨੂੰ ਲਿਖਤ ਦੇ ਵਿੱਚ ਪਰੋਇਆ ਔਰ ਗੀਤ ਮੋਨਕਾ ਜੀ ਨੇ ਆਪ ਗਾ ਕੇ ਉਸ ਨੂੰ ਤੁਹਾਡੇ ਰੂਬਰੂ ਕੀਤਾ ਹੈ। ਮੋਨਕਾ ਜੀ, ਜਦੋਂ ਤੁਸੀਂ ਇਹ ਗੀਤ ਲਿਖ ਰਹੇ ਸੀ ਤਾਂ ਤੁਹਾਨੂੰ ਕੀ ਫੀਲਿੰਗਸ ਹੋ ਰਹੀਆਂ ਸੀ? ਕਿਉਂ ਇਹ ਗੀਤ ਤੁਹਾਡੇ ਮਨ ਦੇ ਵਿੱਚ ਆਇਆ? ਜਦੋਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਸਾਡਾ ਗੁਰੂ ਘਰ ਆ ਉਹ ਢਾਹ ਦਿੱਤਾ ਗਿਆ ਆ ਜੀ, ਤੇ ਉਸ ਵੇਲੇ ਬਹੁਤ ਮਨ ਨੂੰ ਇੱਕ ਠੇਸ ਲੱਗੀ, ਦੁੱਖ ਲੱਗਾ, ਦਰਦ ਯਾਨੀ ਕਿ ਜਦੋਂ ਲਿਖ ਉਦੋਂ ਹੁੰਦਾ ਹੈ ਜਦੋਂ ਦਿਲ ਦੇ ਵਿੱਚ ਇੱਕ ਦਰਦ ਹੋਵੇ ਤੇ ਉਹ ਇੰਨਾ ਕਿ ਯਾਨੀ ਕਿ ਦੁੱਖ ਸਾਨੂੰ ਸਦਮਾ ਲੱਗਾ ਕਿ ਗੁਰੂ ਰਵਿਦਾਸ ਜੀ ਸਾਡੇ ਰਹਿਬਰ ਜੋ ਸਾਡੇ ਪਿਤਾ ਆ, ਜਦੋਂ ਉਹਨਾਂ ਦਾ ਗੁਰੂ ਘਰ ਜਿਹੜਾ ਸਾਡਾ ਢਾਹ ਦਿੱਤਾ ਗਿਆ ਤੇ ਵੀ ਸਾਨੂੰ ਇਸ ਲਈ ਸੰਘਰਸ਼ ਕਰਨਾ ਚਾਹੀਦਾ। ਜੇ ਅਸੀਂ ਇਸ ਸੰਘਰਸ਼ ਨੂੰ ਹੁਣ ਅਸੀਂ ਸੰਘਰਸ਼ ਨਾ ਕੀਤਾ ਤਾਂ ਅੱਗੇ ਤੋਂ ਅੱਗੇ ਜਾ ਕੇ ਇਹ ਜਿਹੜੀ ਸਰਕਾਰ ਆ ਤੇ ਸਾਡੇ ਤੇ ਜਿਹੜੇ ਅਤਿਆਚਾਰ ਹੁੰਦੇ ਆ ਉਹ ਵੱਧਦੇ ਰਹਿਣਗੇ ਜੀ। ਸੋ ਇਹਨਾਂ ਗੱਲਾਂ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਮੈਂ ਫਿਰ ਇਹ ਗਾਣਾ ਜਿਹੜਾ ਇੱਟ ਨਾਲ ਇੱਟ ਖੜਕਾ ਦਿਆਂਗੇ, ਇਹ ਗਾਣਾ ਫਿਰ ਮੈਂ 3 ਪੇਰੇ ਪਹਿਲਾਂ ਲਿਖੇ ਸੀਗੇ ਤਾਂ ਫਿਰ ਜਾਨੀ ਕਿ ਔਨ ਦਾ ਸਪੌਟ ਮੈਂ ਸਟੂਡੀਓ ਵਿੱਚ ਜਾ ਕੇ ਸੌਂਗ ਜਿਹੜਾ ਪੂਰਾ ਲਿਖਿਆ ਤੇ ਔਨ ਦਾ ਸਪੌਟ ਇਹ ਗੀਤ ਜਿਹੜਾ ਮੈਂ ਗਾਇਆ। ਹਾਂਜੀ, ਧੰਨਵਾਦ ਜੀ। ਕਿਉਂਕਿ ਜਦੋਂ 10 ਅਗਸਤ ਨੂੰ ਪ੍ਰੋਟੈਸਟ ਹੋਇਆ ਦਿੱਲੀ ਦੇ ਵਿੱਚ, ਜਾਂ 21 ਨੂੰ ਹੋਇਆ ਜਾਂ 19 ਨੂੰ ਹੋਇਆ, ਜਿਹੜੀਆਂ ਡੇਟਾ ਹਨ, ਕੀ ਤੁਸੀਂ ਉਹਨਾਂ ਡੇਟਾ ਤੁਗਲਕਾ ਬਾਗ ਦੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਐਜ਼ ਅ ਲੇਡੀ ਹੋਣ ਦੇ ਨਾਤੇ? ਜੀ ਹਾਂ, ਬਿਲਕੁਲ। ਅਸੀਂ ਜਦੋਂ ਸਾਨੂੰ ਪਹਿਲੇ ਦਿਨ ਪਤਾ ਲੱਗਾ ਤਾਂ ਅਸੀਂ ਰਾਮਾ ਮੰਡੀ ਦੇ ਵਿੱਚ ਧਰਨਾ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ। ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੱਕ ਗਏ ਆ, ਫਿਰ ਬਠਿੰਡੇ ਤੱਕ ਗਏ ਆ, ਫਿਰ ਫਗਵਾੜੇ ਤੱਕ ਵੀ ਅਸੀਂ ਗਏ ਆ, ਫਿਰ ਅਸੀਂ ਜਲੰਧਰ ਦੇ ਵਿੱਚ ਜਿਵੇਂ ਭੁੱਖ ਹੜਤਾਲ ਕੀਤੀ, ਭੁੱਖ ਹੜਤਾਲ ਦੇ ਵਿੱਚ ਵੀ ਮੈਂ ਬੈਠੀ ਆ। ਤੇ ਸੋ ਜਿੰਨਾ ਵੀ ਸੰਘਰਸ਼ ਅਸੀਂ ਕਰ ਸਕਦੇ ਸੀਗੇ, ਮੈਂ ਆਪਣੇ ਵੱਲੋਂ ਕਰ ਸਕਦੀ ਸੀਗੀ, ਆਪਣੇ ਸਮਾਜ ਨੂੰ ਜਾਗਰੂਕ ਕਰ ਸਕਦੀ ਸੀਗੀ, ਤਾਂ ਮੈਂ ਕੋਸ਼ਿਸ਼ ਕੀਤੀ ਆ ਕਿ ਹਰੇਕ ਥਾਂ ਹਰੇਕ ਚੀਜ਼ ਦੇ ਵਿੱਚ ਮੈਂ ਆਪਣਾ ਯੋਗਦਾਨ ਪਾਵਾਂ ਤੇ ਇਸ ਸੰਘਰਸ਼ ਦਾ ਜਿਹੜਾ ਆ ਮੋਹਤਬਾਰ ਬਣ ਕੇ ਜਿਹੜਾ ਜਾਨੀ ਕਿ ਆਪਣੇ ਸਮਾਜ ਦੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਇਹ ਸੰਘਰਸ਼ ਪੂਰੀ ਤਰ੍ਹਾਂ ਦੇ ਨਾਲ ਡਟ ਕੇ ਕਰਾਂ। ਕਿ ਤੁਸੀਂ ਇੱਕ ਲੇਡੀ ਹੋਣ ਦੇ ਨਾਤੇ ਜੋ ਸਾਡੀਆਂ ਭੈਣਾਂ ਜਾਂ ਲੇਡੀਜ਼ ਜੋ ਦੇਖ ਰਹੀਆਂ ਪ੍ਰੋਗਰਾਮ ਨੂੰ ਜਾਂ ਟੀਵੀ ਨੂੰ, ਤੁਸੀਂ ਉਹਨਾਂ ਨੂੰ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਨੇ ਸੰਵਿਧਾਨਕ ਹੱਕ ਲੈ ਕੇ ਦਿੱਤੇ ਔਰਤ ਨੂੰ, ਤੇ ਕੀ ਉਹਨਾਂ ਨੂੰ ਵੀ ਅੱਗੇ ਨਹੀਂ ਆਉਣਾ ਚਾਹੀਦਾ? ਬਿਲਕੁਲ, ਮੈਂ ਇਹ ਚਾਹੁੰਦੀ ਹਾਂ ਕਿ ਜੇ ਬਾਬਾ ਸਾਹਿਬ ਜੀ ਨੇ ਸਾਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਆ ਤਾਂ ਹਰੇਕ ਔਰਤ ਨੂੰ ਜਿਹੜਾ ਬਰਾਬਰ ਦਾ ਦਰਜਾ ਮਿਲ ਚੁੱਕਿਆ ਆ ਬਹੁਤ ਸਾਲ ਪਹਿਲਾਂ। ਤੇ ਉਹ ਜੇ ਅੱਜ ਵੀ ਸਾਡੇ ਭਾਰਤ ਦੀ ਨਾਰੀ ਤੇ ਇੱਕ ਸਾਡੇ ਸੰਘਰਸ਼ ਦਾ ਹਿੱਸਾ ਨਹੀਂ ਬਣਦੀ ਜਾਂ ਆਪਣੇ ਲਈ ਜਾਂ ਸਮਾਜ ਦੇ ਲਈ ਖੜੀ ਨਹੀਂ ਹੋ ਸਕਦੀ ਤਾਂ ਇਹ ਬੜੀ ਦੁੱਖ ਭਰੀ ਗੱਲ ਆ। ਔਰਤਾਂ ਨੂੰ ਅੱਗੇ ਆਉਣਾ ਚਾਹੀਦਾ। ਜੇ ਸਾਡੇ ਸਮਾਜ ਦੀਆਂ ਔਰਤਾਂ ਅੱਗੇ ਆਉਣਗੀਆਂ, ਜੋ ਸਾਡੇ ਭਾਰਤ ਦੇ ਵਿੱਚ ਸਾਡੀਆਂ ਬੇਟੀਆਂ ਦੇ ਨਾਲ, ਛੋਟੇ ਛੋਟੇ ਬੱਚਿਆਂ ਦੇ ਨਾਲ ਰੇਪ ਹੁੰਦੇ ਆ, ਕਾਫੀ ਦੁਸ਼ਕਰਮ ਹੁੰਦੇ ਆ, ਤੇ ਉਹਨਾਂ ਤੇ ਰੋਕਥਾਮ ਜਿਹੜੀ ਅਸੀਂ ਕਰ ਸਕਦੇ ਆ। ਇੱਕ ਲੇਡੀ ਜਿਹੜੀ ਆ ਉਹ ਪੂਰੀ ਕੁਝ ਵੀ ਕਰ ਸਕਦੀ ਆ। ਮੇਰੀ ਸੋਚ ਇਹ ਆ ਕਿ ਲੇਡੀ ਦੇ ਵਿੱਚ ਜੋ ਪਾਵਰ ਆ ਉਹ ਸ਼ਾਇਦ ਇਹ ਤਾਂ ਬਾਬਾ ਸਾਹਿਬ ਨੇ ਵੀ ਕਿਹਾ ਸੀ ਜੇ ਇੱਕ ਲੇਡੀ ਜਿਹੜੀ ਆਪਣੇ ਬੱਚੇ ਨੂੰ ਜੋ ਸਿੱਖਿਆ ਦੇ ਸਕਦੀ ਹੈ ਉਹ ਬਾਪ ਨਹੀਂ ਦੇ ਸਕਦਾ। ਬਿਲਕੁਲ ਜੀ। ਅੱਛਾ ਜੀ, ਤਨੂੰ ਜੀ ਤੁਸੀਂ ਵੀ ਦਿੱਲੀ ਤੋਂ ਆਏ, ਤੁਸੀਂ ਵੀ ਭਾਰਤ ਦੇਸ਼ ਦੀ ਹਿਸਟਰੀ ਨੂੰ ਜਾਣਦੇ ਹੋ ਤੇ ਅੱਜ ਮੋਨਿਕਾ ਜੀ ਇੱਥੇ ਆਏ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? पहले तो मैं मोनिका जी का यहाँ पे स्वागत करती हूँ और मुझे अच्छा लग रहा है कि मैं इनके साथ यहाँ बैठी हूँ। मैंने इनके थोड़े से गीत सुने हैं, दो मुझे पंजाबी इतनी समझ नहीं आती, लेकिन जब मैंने उनको समझा, मैंने उनके वर्ड्स को समझा और जिस तरीके से इनके सॉन्ग्स ने जो एक पॉजिटिव इन्वायरमेंट क्रिएट किया यूथ के सामने, उनको एनलाइटन करने के लिए कि हाँ हमारे समाज में क्या चल रहा है, हमें उसके लिए कैसे स्टेप्स लेने चाहिए, वो काबिल तारीफ है। और इनकी लिखाई जो जितने सहजता से वो लिखते हैं उससे जो इनकी फीलिंग्स और इनकी भावनाएं पूरी दर्शाते हैं अपने गीतों के थ्रू, वो लोगों के सामने बहुत क्लियर एक मैसेज देता है कि हाँ अगर हम चाहें तो हम किसी भी माध्यम से अपना योगदान अपनी सोसाइटी में कर सकते हैं। जैसे इन्होंने तुगलकाबाद का किस्सा उठाया या जो एक औरत जैसे इन्होंने अभी कहा कि कर सकती है लोगों को एनलाइटन करने के लिए या लोगों को दिखाने के लिए कि उसके अंदर कितनी ताकत है, तो वही इन्होंने अपने सॉन्ग्स के थ्रू दिखाया। क्योंकि एक गीत जो म्यूज़िक है, म्यूज़िक लोगों के पास बहुत जल्दी पहुंचता है और वो उससे ज़्यादा अच्छे से समझ पाते हैं रादर देन अगर आप उनको जाके गलबात करो या स्पीच दो जाकर, तो
उसमें मोनिका जी ने बहुत अच्छे से अपना पूरा योगदान यहाँ पे दिया है और वो बहुत ज़्यादा इनके फेवर में है और बहुत इनका एज अ पर्सनालिटी इन लोगों को दर्शाता है कि वो एज अ पर्सन कैसे हैं। ਜੀ ਧੰਨਵਾਦ ਜੀ ਤਨੂ ਜੀ, ਬਹੁਤ ਬਹੁਤ ਧੰਨਵਾਦ। ਤੇ ਅੱਜ ਅਸੀਂ ਕਿਉਂਕਿ ਮੋਨਿਕਾ ਜੀ ਭਾਰਤ ਦੇਸ਼ ਦੀ ਧਰਤੀ ਤੋਂ ਆਏ ਆ, ਹੁਣੇ ਨਵੇਂ ਨਵੇਂ ਆਏ ਆ, ਇੱਕ ਪਿਛਲੇ ਹਫਤੇ ਸ਼ਨੀਚਰਵਾਰ, ਤੇ ਅਸੀਂ ਇਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ। ਮੋਨਿਕਾ ਜੀ, ਮੈਨੂੰ ਪਤਾ ਤੁਸੀਂ ਜਲੰਧਰ ਦੇ ਹੋ, ਲੇਕਿਨ ਮਹੱਲਾ ਕਿਹੜਾ ਤੁਹਾਡਾ? ਸਾਡਾ ਮਹੱਲਾ ਰਾਮਨਗਰ ਜਲੰਧਰ ਦੇ ਵਿੱਚ। ਜਲੰਧਰ 'ਚ ਆ। ਹਾਂਜੀ ਤੇ ਰਾਮਨਗਰ ਦੇ ਨਾਲ ਮੇਰਾ ਵੀ ਬਹੁਤ ਗੂੜਾ ਰਿਸ਼ਤਾ ਹੈ। ਹਾਂਜੀ 72 ਦੇ ਵਿੱਚ ਜਦੋਂ ਰਾਮਨਗਰ ਜਲੰਧਰ ਦੇ ਵਿੱਚ ਅਸੀਂ ਆਪਣਾ ਐਕਸਪੋਰਟ ਦਾ ਕੰਮ ਚਾਲੂ ਕੀਤਾ ਸੀ, ਤੇ ਰਾਮਨਗਰ ਦੀਆਂ ਗਲੀਆਂ ਦੇ ਵਿੱਚ ਹੀ ਮੈਂ ਘੁੰਮਿਆ ਛੋਟਾ ਹੁੰਦਾ 17-18 ਸਾਲ ਦੀ ਉਮਰ ਦੇ ਵਿੱਚ, ਤੇ ਗਲੀ ਗਲੀ ਦਾ ਮੈਂ ਵਾਕਿਫ ਸੀ। ਚਲੋ ਅੱਜ ਕੱਲ੍ਹ ਤਾਂ ਬਹੁਤ ਵੱਡਾ ਉਹ ਸ਼ਹਿਰ ਬਣ ਗਿਆ ਹੈ, ਰਾਮਨਗਰ ਇੰਡਸਟਰੀ ਏਰੀਆ ਦੇ ਵਿੱਚ ਆ ਗਿਆ ਹੈ, ਤੇ ਉਧਰੋਂ ਗਾਜੀ ਗੁੱਲੇ ਤੱਕ ਵਿੱਚ ਆ ਗਿਆ ਸਾਰਾ ਹੀ। ਲੇਕਿਨ ਉੱਥੇ ਦੇ ਜਿਹੜੇ ਲੋਕ ਸਨ ਉਹਨਾਂ ਦੇ ਨਾਲ ਜਿਹੜਾ ਮਿਲਣ ਵਰਤ ਹੁੰਦਾ ਸੀ, ਉਸ ਵੇਲੇ ਦਾ ਪਿਆਰ ਹੁੰਦਾ ਸੀ, ਉਹ ਮੈਨੂੰ ਵੀ ਅੱਜ ਵੀ ਤੁਹਾਡੇ ਇੱਥੇ ਪਹੁੰਚਣ 'ਤੇ, ਕਿਉਂਕਿ ਤੁਹਾਡੇ ਤਾਏ ਚਾਚੇ ਭੂਆ ਫੁੱਫੀਆਂ ਦੇ ਵਿੱਚੋਂ ਹੀ, ਰਿਸ਼ਤੇਦਾਰੀਆਂ ਦੇ ਵਿੱਚੋਂ ਹੀ ਸਨ ਜਿਨ੍ਹਾਂ ਦੇ ਕੋਲੋਂ ਅਸੀਂ ਸਮਾਨ ਖਰੀਦਿਆ ਕਰਦੇ ਸਾਂ। ਤੇ ਆਪਾਂ ਅੱਜ ਗੱਲ ਕਰਦੇ ਆਏ ਕਾਰ ਦੇ ਵਿੱਚ ਕਿ ਤੁਸੀਂ ਜਲੰਧਰ ਦੇ ਵਿੱਚ ਪ੍ਰਧਾਨ ਵੀ ਰਹੇ ਹੋ। ਪ੍ਰਧਾਨ ਕਿਸ ਚੀਜ਼ ਦੇ ਰਹੇ ਹੋ, ਕਿਸ ਸਭਾ ਸੁਸਾਇਟੀ ਦੇ ਰਹੇ ਹੋ? ਹਾਂਜੀ, ਮੈਂ ਇਸ ਤੋਂ 4 ਸਾਲ ਪਹਿਲਾਂ ਮਿਸ਼ਨ ਦੇ ਨਾਲ ਜੁੜੀ ਹਾਂ ਜੀ। ਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਵਿੱਚ ਮੈਂ ਵਾਰਡ ਪ੍ਰੈਜ਼ੀਡੈਂਟ ਰਹਿ ਚੁੱਕੀ ਹਾਂ 1.5 ਸਾਲ, ਤੇ ਉਸ ਤੋਂ ਬਾਅਦ ਫਿਰ ਮੈਂ ਬਾਮ ਸੇਫ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਾਸ਼ਟਰੀ ਅੱਛਾ ਮੂਲ ਜੀ। ਨਿਵਾਸੀ ਮਹਿਲਾ ਸੰਘ ਜੀ। ਦੀ ਜ਼ਿਲ੍ਹਾ ਪ੍ਰਧਾਨ ਮੈਂ ਰਹਿ ਚੁੱਕੀ ਹਾਂ। ਤੇ ਹਾਂਜੀ, ਉਸ ਦੇ ਨਾਲ ਮੈਂ ਆਸ਼ਾ ਵਰਕਰ ਦਾ ਕੰਮ ਵੀ ਕੀਤਾ 4 ਸਾਲ, ਤੇ ਆਸ਼ਾ ਵਰਕਰ ਯੂਨੀਅਨ ਲੀਡਰ ਮੈਂ ਜਲੰਧਰ ਦੀ ਸਿਟੀ ਦੀਆਂ ਜੋ ਆਸ਼ਾ ਵਰਕਰ ਆ ਉਹਨਾਂ ਦੀ ਯੂਨੀਅਨ ਲੀਡਰ ਹਾਂ ਅੱਜ ਵੀ। ਹਾਂਜੀ। ਅੱਛਾ ਜੀ। ਤੇ ਜਿਹੜਾ ਤੁਸੀਂ ਬੱਚਿਆਂ ਦੀ ਵੀ ਕਈ ਵਾਰੀ ਗੱਲ ਕਰਦੇ ਨੇ, ਲੜਕੀਆਂ ਨੂੰ ਤੁਸੀਂ ਇਕੱਠੇ ਕਰਕੇ ਉਹਨਾਂ ਨੂੰ ਆਪਣੇ ਕੋਈ ਦੱਸਦੇ ਆ, ਕੀ ਉਹਨਾਂ ਨੂੰ ਕਿਸ ਚੀਜ਼ ਲਈ ਤਿਆਰ ਕਰਦੇ ਹੋ? ਸਾਨੂੰ ਜਿਵੇਂ ਕਿ ਆਪਣੇ ਏਰੀਏ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਆ ਜਾਂ ਸਾਡੀਆਂ ਲੜਕੀਆਂ ਨੂੰ ਜਿੱਥੇ ਜ਼ਰੂਰਤ ਹੁੰਦੀ ਆ, ਜਿਵੇਂ ਕਿ ਮੈਂ ਪਿਛਲੇ ਸਾਲ ਹੀ ਸਿਲਾਈ ਸੈਂਟਰ ਖੁਲਵਾਇਆ ਸੀਗਾ, ਤੇ ਜਿਹਦੇ ਵਿੱਚ ਤਕਰੀਬਨ 108 ਕੁੜੀਆਂ ਜਿਹੜੀਆਂ ਆ ਸਾਡੇ ਮਹੱਲੇ ਦੀਆਂ ਆ ਜਿਨ੍ਹਾਂ ਨੇ ਸਿਲਾਈ ਕਢਾਈ ਦਾ ਕੋਰਸ ਕੀਤਾ, ਜਿਨ੍ਹਾਂ ਨੂੰ ਕਾਫੀ ਫੰਡ ਵੀ ਦਿੱਤਾ ਗਿਆ 4000 5000, ਤੇ ਸਰਟੀਫਿਕੇਟ ਵੀ ਸਰਕਾਰੀ ਜਿਹੜੇ ਆ ਉਹ ਦਵਾਏ ਗਏ ਆ। ਹੁਣ ਵੀ ਸਾਡੇ ਜਿਹੜੇ ਅਸੀਂ ਪਾਰਲਰ ਜਿਹੜਾ ਆ ਉਹ ਖੋਲ੍ਹਣ ਜਾ ਰਹੇ ਆ, ਤੇ ਅਸੀਂ ਸਾਡਾ ਇਹੀ ਮੇਨ ਮਕਸਦ ਇਹੀ ਆ ਕਿ ਆਪਣੇ ਸਮਾਜ ਦੀਆਂ ਜਿਹੜੀਆਂ ਬੇਟੀਆਂ ਆ ਜੋ ਵੀ ਅਸੀਂ ਉਹਨਾਂ ਲਈ ਕਰ ਸਕੀਏ ਜੀ, ਤੇ ਉਹ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰਦੀ ਆ ਕਿ ਆਪਣੇ ਸਮਾਜ ਲਈ, ਆਪਣੇ ਮਹੱਲੇ ਲਈ, ਆਪਣੀਆਂ ਧੀਆਂ ਭੈਣਾਂ ਦੇ ਲਈ ਅਸੀਂ ਵੱਧ ਤੋਂ ਵੱਧ ਕਰੀਏ। ਤੇ ਤੁਹਾਡਾ ਨਾਮ ਮੋਨਿਕਾ ਤਾਂ ਮੰਨਿਆ ਜਾ ਸਕਦਾ, ਆਰਪੀ ਫॉर ਕਿਸ ਚੀਜ਼ ਲਈ ਸਟੈਂਡ ਕਰਦਾ? ਕੀ ਆਰਪੀ ਦਾ ਮਤਲਬ ਕੀ ਹੈ? ਆਰਪੀ ਜਿਹੜਾ ਮੈਂ ਲਗਾਉਂਦੀ ਮੇਰੇ ਨਾਮ ਦੇ ਨਾਲ, ਇਹ ਮੇਰਾ ਅੱਜ ਤੋਂ 24 ਸਾਲ ਪਹਿਲਾਂ ਤੋਂ ਹੀ ਮੈਂ ਚੱਲਦੀ ਆ ਇਹਨੂੰ ਨਾਲ ਲੈ ਕੇ। ਜਿਵੇਂ ਕਿ ਆਰਪੀ ਦਾ ਮਤਲਬ ਰਾਏਪੁਰ ਮੇਰਾ ਪਿੰਡ ਆ, ਤੇ ਮੋਨਿਕਾ ਆਰਪੀ ਜਿਹੜਾ ਆ ਮੈਂ ਅੱਜ ਤੋਂ ਕਾਫੀ ਸਾਲ ਪਹਿਲਾਂ ਆਪਣੇ ਨਾਮ ਦੇ ਨਾਲ ਮੋਨਿਕਾ ਆਰਪੀ ਲਿਖਦੀ ਆ ਰਹੀ ਆ। ਮੇਰਾ ਪਿੰਡ ਰਾਏਪੁਰ ਆ, ਜਿੱਥੋਂ ਮੋਹਣ ਬੰਗੜ ਜੀ ਦਾ ਪਿੰਡ, ਉਹ ਮੇਰਾ ਪਿੰਡ ਰਾਏਪੁਰ। ਹਾਂਜੀ। ਤੇ ਮੋਹਨ ਬੰਗੜ ਜੀ ਤਾਂ ਬਹੁਤ ਹੀ ਮਿਸ਼ਨਰੀ ਗੀਤ ਗਾਇਆ ਕਰਦੇ ਸਨ, ਤਾਂ ਤੁਹਾਡੇ ਕੋਲ ਵੀ ਕੋਈ ਮਿਸ਼ਨਰੀ ਗੀਤ ਹੈ ਜੋ ਤੁਸੀਂ ਆਪ ਸੁਣਾ ਸਕਦੇ ਹੋ ਹੁਣ? ਹਾਂਜੀ ਬਿਲਕੁਲ। ਜੋ ਤੁਸੀਂ ਪਹਿਲਾਂ ਕਿਵੇਂ ਕੀ Song ਦੇਖਿਆ ਹੀ ਹੈ, ਤੇ ਉਹ ਆਪਣੇ ਸਮਾਜ ਨੂੰ ਇੱਕ ਜਾਗਰੂਕ ਕਰਨ ਲਈ ਸੀ। ਮੈਂ ਉਹਦੀਆਂ 4 ਲਾਈਨਾਂ ਤੁਹਾਡੇ ਨਾਲ ਰੂਬਰੂ ਕਰਦੀ ਜੀ। ਰਵਿਦਾਸੀਆਂ ਨੇ ਰਲ ਮਿਲ ਧਰਨੇ ਲਗਾਈ ਨੇ, ਨਿੱਤਰ ਕੇ ਸ਼ੇਰ ਅੱਜ ਸੜਕਾਂ ਤੇ ਆਏ ਨੇ। ਇਸ ਗੰਦੀ ਸਰਕਾਰ ਕੋਲੋਂ ਆਸ ਕਾਦੀ ਲਾਈਏ, ਗੰਦੀ ਸਰਕਾਰ ਕੋਲੋਂ ਆਸ ਕਾਦੀ ਲਾਈਏ, ਭਾਜੀ ਮੋੜ ਕੇ ਝੋਲੀ ਦੇ ਵਿੱਚ ਪਾ ਦਿਆਂਗੇ। ਗੁਰੂ ਜੀ ਦੇ ਸ਼ੇਰ ਪਿੱਛੇ ਹਟਦੇ ਨਹੀਂ, ਸਤਿਗੁਰੂ ਜੀ ਦੇ ਸ਼ੇਰ ਪਿੱਛੇ ਹਟਦੇ ਨਹੀਂ, ਅਸੀਂ ਇੱਟ ਨਾਲ ਇੱਟ ਖੜਕਾ ਦਿਆਂਗੇ। ਰਵਿਦਾਸ ਜੀ ਦੇ ਸ਼ੇਰ ਪਿੱਛੇ ਹਟਦੇ ਨਹੀਂ, ਅਸੀਂ ਇੱਟ ਨਾਲ ਇੱਟ ਖੜਕਾ ਦਿਆਂਗੇ। ਤੇ ਕੱਲ ਪਰਸੋਂ ਦੇ ਤੁਹਾਡੇ 2-3 Song ਜੋ ਮੈਂ ਆਡੀਓ ਸੁਣੀ ਆ, ਜੋ ਜਿਹਦੀ ਵੀਡੀਓ ਰਿਕਾਰਡਿੰਗ ਹੋਣੀ ਜਾ ਰਹੀ ਆ, ਕਿਹੜੇ Song ਆ ਤੁਹਾਡੇ? ਉਹ ਮੇਰੇ 2 ਪੰਜਾਬੀ Song ਆ ਰਹੇ ਆ, ਇੱਕ ਤਾਂ ਮੇਰਾ ਦਿਲ Song ਆ ਰਿਹਾ, ਤੇ ਇੱਕ ਵੀਡੀਓ ਮੈਂ ਸ਼ੂਟ ਕਰਕੇ ਆਈ ਸੀਗੀ ਆਪਣੇ ਆਉਣ ਤੋਂ ਪਹਿਲਾਂ 2 ਦਿਨ ਸ਼ੂਟਿੰਗ ਸੀਗੀ ਮੇਰੀ, ਤੇ ਉਹ ਦੁਨੀਆ Song ਜੋ ਕਿ ਦੁਨੀਆ ਦੇ ਉੱਤੇ ਉਹ ਲਿਖਿਆ ਗਿਆ ਹੈ, ਭੋਲਾ ਕਰਤਾਰਪੁਰੀ ਜੀ ਨੇ ਲਿਖਿਆ ਹੈ, ਤੇ ਜਿਹਨੂੰ ਆਵਾਜ਼ ਮੈਂ ਦਿੱਤੀ ਹੈ। ਤੇ ਅਸੀਂ ਉਹ ਲਾ ਦਈਏ ਹੁਣ ਫਿਰ Song? ਬਿਲਕੁਲ ਜੀ। ਹਾਂਜੀ, Song ਪਲੇ ਕਰ ਦਿਓ ਪਲੀਜ਼।
ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ ਬੇਵਜ੍ਹਾ ਟੈਨਸ਼ਨ ਲਈ ਜਾਂਦੀ ਆ, ਲਈ ਜਾਣਦੇ ਉਹ ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ। ਖਾਂਦਿਆਂ ਨੂੰ ਵੇਖ ਕੇ ਨਾ ਜਰਦੀ ਏ ਦੁਨੀਆ, ਭੁੱਖੇ ਹੋਈਏ ਤਾਂ ਵੀ ਕੋਲ ਖੜਦੀ ਨਾ ਦੁਨੀਆ, ਭੁੱਖੇ ਹੋਈਏ ਤਾਂ ਵੀ ਕੋਲ ਖੜਦੀ ਨਾ ਦੁਨੀਆ। ਖਾਂਦਿਆਂ ਨੂੰ ਵੇਖ ਕੇ ਨਾ ਜਰਦੀ ਏ ਦੁਨੀਆ, ਭੁੱਖੇ ਹੋਈਏ ਤਾਂ ਵੀ ਕੋਲ ਖੜਦੀ ਨਾ ਦੁਨੀਆ। ਸਾਡੇ ਪਿੱਛੇ ਦੁਨੀਆ ਕਿਉਂ ਪਈ ਜਾਂਦੀ ਆ, ਸਾਡੇ ਪਿੱਛੇ ਦੁਨੀਆ ਕਿਉਂ ਪਈ ਜਾਂਦੀ ਆ, ਤਾਂ ਪਈ ਜਾਣਦੇ ਸਾਡੇ ਬਾਰੇ, ਹੋ ਸਾਡੇ ਬਾਰੇ, ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ ਬੇਵਜ੍ਹਾ ਟੈਨਸ਼ਨ ਲਈ ਜਾਂਦੀ ਆ, ਲਈ ਜਾਣਦੇ ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ। ਕਰਦੇ ਨਾ ਹੁਣ ਪਰਵਾਸ ਜੱਗ ਦੀ, ਆਪਣੀ ਹੀ ਕਰਦੇ ਹਾਂ ਸੁਣਦੇ ਹਾਂ ਸਭ ਦੀ, ਆਪਣੀ ਹੀ ਕਰਦੇ ਹਾਂ ਸੁਣਦੇ ਹਾਂ ਸਭ ਦੀ। ਕਰਦੇ ਨਾ ਹੁਣ ਪਰਵਾਸ ਜੱਗ ਦੀ, ਆਪਣੀ ਹੀ ਕਰਦੇ ਹਾਂ ਸੁਣਦੇ ਹਾਂ ਸਭ ਦੀ। ਸਾਨੂੰ ਚੰਗੇ ਮਾੜੇ ਨਾਮ ਜਿਹੜੀ ਦੇਈ ਜਾਂਦੀ ਆ, ਚੰਗੇ ਮਾੜੇ ਨਾਮ ਜਿਹੜੀ ਦੇਈ ਜਾਂਦੀ ਆ, ਤਾਂ ਦੇਈ ਜਾਣਦੇ ਸਾਡੇ ਬਾਰੇ, ਹੋ ਸਾਡੇ ਬਾਰੇ, ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ ਬੇਵਜ੍ਹਾ ਟੈਨਸ਼ਨ ਲਈ ਜਾਂਦੀ ਆ, ਲਈ ਜਾਣਦੇ ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ। ਜ਼ਿੰਦਗੀ 'ਚ ਚੰਗੇ ਮਾੜੇ ਦਿਨ ਵੇਖੇ ਬੜੇ ਨੇ, ਭੁੱਲਦੇ ਨੇ ਔਖੇ ਵੇਲੇ ਨਾਲ ਜਿਹੜੇ ਖੜੇ ਨੇ, ਭੁੱਲਦੇ ਨੇ ਔਖੇ ਵੇਲੇ ਨਾਲ ਜਿਹੜੇ ਖੜੇ ਨੇ। ਜ਼ਿੰਦਗੀ 'ਚ ਚੰਗੇ ਮਾੜੇ ਦਿਨ ਵੇਖੇ ਬੜੇ ਨੇ, ਭੁੱਲਦੇ ਨੇ ਔਖੇ ਵੇਲੇ ਨਾਲ ਜਿਹੜੇ ਖੜੇ ਨੇ। ਜਿਹੜੇ ਨਾਲ ਖੜੇ ਉਹਨਾਂ ਨਾਲ ਵੀ ਖਈ ਜਾਂਦੀ ਆ, ਨਾਲ ਖੜੇ ਉਹਨਾਂ ਨਾਲ ਵੀ ਖਈ ਜਾਂਦੀ ਆ, ਤਾਂ ਕਈ ਜਾਣਦੇ ਸਾਡੇ ਬਾਰੇ, ਹੋ ਸਾਡੇ ਬਾਰੇ, ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ ਬੇਵਜ੍ਹਾ ਟੈਨਸ਼ਨ ਲਈ ਜਾਂਦੀ ਆ, ਲਈ ਜਾਣਦੇ ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ। ਭੋਲਾ ਕਰਤਾਰ ਪੂਰੀ ਲਿਖੇ ਗੱਲਾਂ ਸੱਚੀਆਂ, ਮੋਨਿਕਾ ਨੇ ਡੋਰਾ ਉਸ ਮਾਲਕ ਤੇ ਰੱਖੀਆਂ, ਮੋਨਿਕਾ ਨੇ ਡੋਰਾ ਉਸ ਮਾਲਕ ਤੇ ਰੱਖੀਆਂ। ਭੋਲਾ ਕਰਤਾਰ ਪੂਰੀ ਲਿਖੇ ਗੱਲਾਂ ਸੱਚੀਆਂ, ਆਰਤੀ ਨੇ ਡੋਰਾ ਉਸ ਮਾਲਕ ਤੇ ਰੱਖੀਆਂ। ਤਾਨੇ ਮੇੜੇ ਦੁਨੀਆ ਜੋ ਦੇਈ ਜਾਂਦੀ ਆ, ਤਾਨੇ ਮੇੜੇ ਦੁਨੀਆ ਜੋ ਦੇਈ ਜਾਂਦੀ ਆ, ਤਾਂ ਦੇਈ ਜਾਣਦੇ ਸਾਡੇ ਬਾਰੇ, ਹੋ ਸਾਡੇ ਬਾਰੇ, ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ ਬੇਵਜ੍ਹਾ ਟੈਨਸ਼ਨ ਲਈ ਜਾਂਦੀ ਆ, ਲਈ ਜਾਣਦੇ ਸਾਡੇ ਬਾਰੇ ਦੁਨੀਆ ਜੋ ਕਹੀ ਜਾਂਦੀ ਆ, ਕਈ ਜਾਣਦੇ। ਹੁਣ ਤੁਸੀਂ ਗੀਤ ਸੁਣਿਆ ਸਾਡੇ ਬਾਰੇ ਜੋ ਦੁਨੀਆ ਕਹਿੰਦੀ ਹੈ ਕਈ ਜਾਣਦੇ। ਇਹ ਇੱਕ ਹਿਸਟਰੀ ਹੈ ਸਮਾਜ ਦੀ ਸਾਡੇ ਦੀ, ਕਿ ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤੇ ਕੋਈ ਨਾ ਕੋਈ ਤੁਹਾਡੇ ਉੱਤੇ ਉਂਗਲ ਚੁੱਕੀ ਜਾਂਦੀ ਹੈ, ਚਾਹੇ ਉਹ ਕਿਸੇ ਵੀ ਤਰੀਕੇ ਦੀ ਉਂਗਲ ਹੋਵੇ, ਚਾਹੇ ਉਹ ਤੁਹਾਨੂੰ ਨੀਵਾਂ ਕਰਦੀ ਹੋਵੇ, ਚਾਹੇ ਉੱਚੇ ਕਰਦੀ ਹੋਵੇ, ਤੇ ਉਂਗਲ ਤਾਂ ਉਂਗਲ ਹੀ ਹੁੰਦੀ ਆ। ਤੇ ਇਸ ਦੇ ਬਾਰੇ ਇਹਨਾਂ ਨੇ ਜਿਹੜੇ ਇਹਨਾਂ ਦੇ ਦਿਲ ਦੇ ਜਜ਼ਬਾਤ ਸਨ, ਇਹਨਾਂ ਨੇ ਉਹ ਲਿਖੇ ਆ। ਜਦੋਂ ਕਿ ਸਾਡੇ ਸਮਾਜ ਦੀ ਕੋਈ ਲੜਕੀ ਇਸ ਤਰ੍ਹਾਂ ਕਲਾਕਾਰੀ ਦੇ ਵਿੱਚ ਆਉਂਦੀ ਹੈ ਤਾਂ ਉਸ ਦੇ ਵੱਲ ਕਈ ਲੋਕ ਇਸ ਤਰ੍ਹਾਂ ਉਂਗਲਾਂ ਚੁੱਕਦੇ ਹਨ ਕਿ ਇਹ ਤਾਂ ਜਿਹੜਾ ਕਲਾਕਾਰੀ ਹੈ ਇੱਕ ਇਹ ਪੇਸ਼ਾ ਜਿਹੜਾ ਬੜਾ ਮਾੜਾ ਪੇਸ਼ਾ ਹੈ। ਲੇਕਿਨ ਜਿਹੜਾ ਅੱਜ ਸਾਡਾ ਸਮਾਜ ਜਾਂ ਦੂਸਰਾ ਸਮਾਜ ਵੀ ਆ ਇਸ ਨੂੰ ਕਬੂਲ ਕਰ ਚੁੱਕਾ ਹੈ, ਮੰਨ ਚੁੱਕਾ ਹੈ ਕਿ ਕਲਾਕਾਰੀ ਇੱਕ ਹੁਨਰ ਹੈ। ਤੁਹਾਡੇ ਜਜ਼ਬਾਤਾਂ ਨੂੰ ਕਿਸੇ ਤੱਕ ਬਾਹਰ ਲਿਆਉਣਾ, ਇਹ ਤੁਹਾਡੇ ਜਜ਼ਬਾਤ ਆ ਜਿਹੜੇ ਉਹਨਾਂ ਨੂੰ ਬਾਹਰ ਲੈ ਕੇ ਆਉਂਦੇ ਹਨ ਲਿਖਤ ਦੇ ਵਿੱਚ ਔਰ ਕਲਾਕਾਰੀ ਦੇ ਵਿੱਚ। ਤੇ ਅਸੀਂ ਜਿਹੜੀਆਂ ਅੱਜ ਲਾਈਵ ਕਾਲਾਂ ਨਹੀਂ ਲੈ ਸਕੇ ਕਿਉਂਕਿ ਸਾਡੇ ਘਰ ਅੰਦਰ ਫੋਲਟ ਪਿਆ ਹੈ, ਟੈਕਨੀਕਲ ਪ੍ਰੋਬਲਮ ਹੈ। ਤੇ ਅਸੀਂ ਹੁਣ ਬ੍ਰੇਕ ਤੇ ਜਾ ਰਹੇ, ਬ੍ਰੇਕ ਤੋਂ ਬਾਅਦ ਤੁਹਾਡਾ ਇਸੇ ਤਰ੍ਹਾਂ ਇੰਤਜ਼ਾਰ ਕਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹਿਣਾ। ਜੈ ਗੁਰਦੇਵ ਜੈ ਭੀਮ। ਹੋ ਰਹੇ ਹਾਂ ਜੈ ਗੁਰਦੇਵ ਧੰਨ ਗੁਰਦੇਵ।
ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਮੋਨਕਾ ਆਰਪੀ ਨਾਲ ਗੱਲਬਾਤ ਕਰ ਰਹੇ ਹਾਂ, ਤਨੂ ਜੀ ਨਾਲ ਬੈਠੇ ਹਨ। ਤੇ ਅਸੀਂ ਮੋਨਕਾ ਜੀ, ਜਿਸ ਤਰ੍ਹਾਂ ਕਿ ਕੋਈ ਇੱਕ ਲੜਕੀ ਜਾਂ ਲੇਡੀ ਜਦੋਂ ਸੰਗੀਤ ਦੇ ਵਿੱਚ ਆਉਂਦੀ ਆ, ਪਹਿਲਾਂ ਤਾਂ ਮਹੱਲੇ ਵਾਲੇ ਨਹੀਂ ਉਹਨੂੰ ਟਿਕਣ ਦਿੰਦੇ, ਫਿਰ ਮਾਂ-ਬਾਪ ਵੀ ਕਈ ਵਾਰੀ ਸੋਚਦੇ ਸਾਡੀ ਬੱਚੀ ਜਿਹੜੀ ਆ ਉਹ ਕਲਾਕਾਰੀ ਦੇ ਵਿੱਚ ਗਈ ਆ ਤੇ ਬੱਚੇ ਸਾਡੇ ਮਹੱਲੇ ਵਾਲੇ ਇਸ ਤਰ੍ਹਾਂ ਗੱਲਾਂ ਕਰਦੇ ਜਾਂ ਬਾਹਰ। ਕੀ ਤੁਹਾਨੂੰ ਵੀ ਇਸ ਗੱਲਾਂ ਦਾ ਕੋਈ ਸਾਹਮਣਾ ਕਰਨਾ ਪਿਆ? ਜਦੋਂ ਕੋਈ ਵੀ ਲੇਡੀ ਆਪਣੇ ਘਰ ਦੇ ਵਿੱਚੋਂ ਜਾਂ ਸਮਾਜ ਦੇ ਵਿੱਚ ਕੰਮ ਕਰਨ ਲਈ ਨਿਕਲਦੀ ਆ ਤਾਂ ਉਹਦੇ ਬਾਰੇ ਗੱਲਾਂ ਤਾਂ ਲੋਕ ਕਰਦੇ ਆ। ਸੋ ਮੈਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੀ ਹੈਗੀ। ਕਾਫੀ ਸਾਰੇ ਲੋਕ ਹੈਗੇ ਸਮਾਜ ਦੇ ਵਿੱਚ ਹੀ ਹੈਗੇ ਆ, ਕਈ ਲੋਕ ਇਦਾਂ ਦੇ ਹੈਗੇ ਆ ਕਿ ਕਿਸੇ ਨੂੰ ਵਾਧਾ ਦੇਖ ਕੇ ਖੁਸ਼ ਨਹੀਂ ਹੁੰਦੇ ਹੈਗੇ ਤੇ ਉਹ ਲੱਤਾਂ ਖਿੱਚਣੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਸ਼ੁਰੂ ਹੋ ਜਾਂਦੀਆਂ। ਇਦਾਂ ਬਹੁਤ ਕੁਝ ਹੋਇਆ ਮੇਰੇ ਨਾਲ ਤੇ ਪਰ ਮੈਂ ਆਪਣਾ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਿਆ ਆ ਤੇ ਆਪਣੇ ਦਮ ਤੇ ਆਪਣੀ ਕੋਸ਼ਿਸ਼ ਕਰਕੇ ਜੋ ਮੈਂ ਸਿੰਗਿੰਗ ਆ ਉਹਨੂੰ ਮੈਂ ਅੱਗੇ ਵਧਾਇਆ ਆ। ਤੇ ਬਾਕੀ ਸਾਰਿਆਂ ਨੇ ਮੈਨੂੰ, ਜੇ ਮੇਰੀ ਮਦਰ ਫਾਦਰ ਦੀ ਗੱਲ ਕੀਤੀ ਜਾਵੇ ਤਾਂ ਉਹ ਮੈਨੂੰ ਬਹੁਤ ਸਪੋਰਟ ਕਰਦੇ ਆ ਤੇ ਬਾਕੀ ਮੈਂ ਸਮਾਜ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ। ਸਾਡੇ ਲੋਕ ਸਾਰੇ ਹੀ ਚੰਗੇ ਹੁੰਦੇ ਆ, ਬਸ ਕੁਝ ਲੋਕ ਸਮਾਜ ਦੇ ਵਿੱਚ ਇੱਕ ਬੁਰਾਈ ਫੈਲਾਉਂਦੇ ਆ, ਉਹ ਬਹੁਤ ਘੱਟ ਲੋਕ ਹੁੰਦੇ ਆ। ਕਹਿੰਦੇ ਹੁੰਦੇ ਨਾ ਕਿ ਇੱਕ ਟੋਕਰੀ ਦੇ ਵਿੱਚ ਇੱਕ ਸੇਬ ਰੱਖਿਆ ਤੇ ਉਹ ਸਾਰੇ ਸੇਬ ਨੂੰ ਗੰਦਾ ਕਰ ਦਿੰਦਾ ਆ। ਇਦਾਂ ਸਮਾਜ ਦੇ ਵਿੱਚ ਕੁਝ ਲੋਕ ਹੁੰਦੇ ਆ ਜਿਹੜੇ ਕਿ ਇੱਕ ਦੋ ਗੱਲਾਂ ਗੰਦੀਆਂ ਕਰਨੇ ਵਾਲੇ ਜਾਂ ਕਿਸੇ ਬਾਰੇ ਬੁਰਾ ਬੋਲਣੇ ਵਾਲੇ ਹੁੰਦੇ ਆ ਤੇ ਉਹ ਪੂਰੇ ਸਮਾਜ ਦੇ ਵਿੱਚ ਉਹ ਗੱਲਾਂ ਨੂੰ ਫੈਲਾ ਦਿੰਦੇ ਆ। ਤੇ ਇਹਨਾਂ ਗੱਲਾਂ ਦੀ ਜੇ ਆਪਾਂ ਪਰਵਾਹ ਕਰਨ ਲੱਗੇ ਤਾਂ ਫਿਰ ਕੋਈ ਵੀ ਲੇਡੀਜ਼, ਕੋਈ ਵੀ ਔਰਤ ਅੱਗੇ ਨਹੀਂ ਆ ਸਕਦੀ। ਮੇਰੇ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ, ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਅੱਗੇ ਵਧਣਾ ਚਾਹੀਦਾ ਆ, ਤਾਂ ਹੀ ਆਪਣੀ ਆਪਾਂ ਮੰਜ਼ਿਲ ਦੇ ਵਿੱਚ ਆਪਣੀ ਕਾਮਯਾਬੀ ਜਿਹੜੀ ਹਾਸਲ ਕਰ ਸਕਦੇ ਹਾਂ ਜੀ। ਕੀ ਤੁਹਾਡੇ ਨਾਲ ਇਹ ਹੈਪਨ ਹੋਇਆ ਕੋਈ ਕਦੀ ਐਸਾ? ਬਿਲਕੁਲ ਕਈ ਵਾਰੀ ਲੇਡੀ ਨਾਲ ਲੇਡੀ ਖਾਰ ਖਾਂਦੀ ਆ ਵੀ ਕਲਾਕਾਰ ਮੇਰੇ ਬਰਾਬਰ ਹੋ ਗਈ, ਜਾਂ ਕੋਈ ਬੰਦਾ ਖਾਰ ਖਾਂਦਾ ਵੀ ਮੇਰੇ ਨਾਲ ਇਹ ਮੈਂ ਤੋਚਿਆ ਹੋ ਗਿਆ, ਕੀ ਇਸ ਤਰ੍ਹਾਂ ਦਾ ਕੋਈ? ਬਿਲਕੁਲ ਜੀ, ਮੇਰੇ ਨਾਲ ਵੀ ਪਿਛਲੇ ਸਾਲ ਇਦਾਂ ਹੀ ਹੋਇਆ। ਇੱਕ ਲੀਡਰ ਹੋਣ ਦੇ ਨਾਤੇ ਵੀ ਕਾਫੀ ਲੋਕ ਜਿਹੜੇ ਆ ਉਹ ਖਾਰ ਖਾਂਦੇ ਆ। ਉਹਨੇ ਕੋਸ਼ਿਸ਼ ਕੀਤੀ ਕਾਫੀ ਬਹੁਤ ਜਾਨੀ ਕਿ ਗੱਲਾਂ ਨੂੰ ਫੈਲਾਉਣ ਦੀ। ਤੇ ਜੇ ਆਪਾਂ ਸਿੰਗਿੰਗ ਦੀ ਗੱਲ ਕਰਦੇ, ਸਿੰਗਿੰਗ ਦੇ ਵਿੱਚ ਵੀ ਇਦਾਂ ਹੀ ਹੋ ਰਹੀ ਆ। ਪਿਛਲੇ ਹੀ ਹਜੇ ਮੈਂ ਮਹੀਨੇ ਮੈਂ ਦੁਬਈ ਦਾ ਟੂਰ ਲਗਾਇਆ ਤੇ ਉੱਥੇ ਤੱਕ ਵੀ ਕਈਆਂ ਨੇ ਫੋਨ ਕੀਤੇ ਕਿ ਲੋਕ ਕੋਸ਼ਿਸ਼ ਕਰਦੇ ਆ ਕਿ ਇਹਨੂੰ ਅਸੀਂ ਪਿੱਛੇ ਖਿੱਚੀਏ, ਇਹਨੂੰ ਦਬਾਈਏ ਜਿੰਨਾ ਦਬਾਅ ਹੁੰਦਾ ਆ। ਪਰ ਮੈਂ ਅੱਜ ਦੱਸਣਾ ਚਾਹੁੰਦੀ ਆ ਆਜ਼ਾਦ ਟੀਵੀ ਦੇ ਉੱਤੇ ਕਿ ਮੋਨਿਕਾ ਨਾ ਤਾਂ ਕਿਸੇ ਤੋਂ ਡਰਦੀ ਆ ਨਾ ਦਬਦੀ ਆ। ਮੋਨਿਕਾ ਉਹ ਚੀਜ਼ ਆ ਕਿ ਆਪਣਾ ਸੰਘਰਸ਼ ਕਰਕੇ ਅੱਗੇ ਵਧੂਗੀ ਤੇ ਬਾਕੀ ਜਿੰਨੀਆਂ ਵੀ ਸਾਡੀ ਲੇਡੀਜ਼ ਆ, ਬੇਟੀਆਂ ਆ, ਧੀਆਂ ਭੈਣਾਂ, ਉਹਨਾਂ ਦੇ ਲਈ ਮੈਂ ਹਰਦਮ ਖੜੀ ਆ ਤੇ ਮੈਂ ਚਾਹੁੰਦੀ ਆ ਕਿ ਹਰੇਕ ਔਰਤ ਮੇਰੇ ਵਾਂਗ ਆਪਣਾ ਸੰਘਰਸ਼ ਕਰਕੇ ਅੱਗੇ ਵਧੇ। ਹਾਂਜੀ। ਤੇ ਜਦੋਂ ਮੈਂ ਗੱਲ ਪਹਿਲਾਂ ਕੀਤੀ ਸੀ ਕਿ ਆਰਪੀ ਜਿਹੜਾ ਰਾਏਪੁਰ ਪਿੰਡ ਆ ਤੁਹਾਡਾ, ਉੱਥੇ ਮੋਹਨ ਬੰਗੜ ਜੀ ਆ, ਬਹੁਤ ਹੀ ਰਸੀਲੇ ਗੀਤ ਗਾਉਂਦੇ ਸੀ, ਕਮਿਊਨਿਟੀ ਦੇ ਗੱਲ ਕਰਦੇ। ਜਦੋਂ ਤੁਸੀਂ ਉਹਨਾਂ ਦੇ ਨਾਲ ਬੈਠਦੇ ਸੀ ਜਾਂ ਗੱਲਬਾਤ ਸੁਣਦੇ, ਤੁਹਾਨੂੰ ਕੀ ਫੀਲਿੰਗਸ, ਕੀ ਉਹਨਾਂ ਤੋਂ ਵੀ ਕੋਈ ਤੁਸੀਂ ਸਿੱਖਿਆ? ਹਾਂਜੀ, ਜਦੋਂ ਉਹ ਸਾਡੇ ਚਾਚਾ ਜੀ ਲੱਗਦੇ ਸੀਗੇ। ਚਲੋ ਇਸ ਟਾਈਮ ਉਹ ਇਸ ਦੁਨੀਆ ਤੇ ਨਹੀਂ ਹੈਗੇ ਤੇ ਉਹਨਾਂ ਦੇ ਬੱਚੇ ਤਕਰੀਬਨ ਮੈਂ ਉਹਨਾਂ ਦੀ ਦੇਖ ਰੇਖ ਕਰਦੀ ਆ। ਜਦੋਂ ਵੀ ਮੈਂ ਪਿੰਡ ਜਾਂਦੀ ਆ ਤੇ ਉਹਨਾਂ ਨਾਲ ਫੋਨ ਤੇ WhatsApp ਤੇ ਗੱਲ ਹੁੰਦੀ ਆ, ਜਾ ਕੇ ਮੈਂ ਮਿਲਦੀ ਆ ਕਿਉਂਕਿ ਬੱਚੇ ਇਸ ਟਾਈਮ ਇਕੱਲੇ ਰਹਿ ਰਹੇ ਆ। ਤੇ ਜੋ ਸੌਂਗ ਗਾਉਂਦੇ ਸੀ ਉਸ ਵੇਲੇ ਮੈਂ ਬਹੁਤ ਛੋਟੀ ਸੀ ਜੀ। ਤੇ ਜਦੋਂ ਵੀ ਅਸੀਂ ਉਹਨਾਂ ਨੂੰ ਦੇਖਣਾ, ਸੁਣਨਾ, ਪ੍ਰਚਾਰ ਕਰਨਾ, ਉਦੋਂ ਪੂਰਾ ਜਾਨੀ ਕਿ ਸਾਨੂੰ ਇੱਕ ਬਚਪਨ ਦੇ ਵਿੱਚ ਸਮਝ ਨਹੀਂ ਸੀ ਕਿ ਮਿਸ਼ਨ ਕੀ ਹੁੰਦਾ ਆ, ਪਰ ਇੰਨਾ ਸੀ ਉਹਨਾਂ ਦਾ ਨਾਮ ਬਹੁਤ ਸੀਗਾ। ਤੇ ਹੁਣ ਜਦੋਂ ਤੋਂ ਅਸੀਂ ਮਿਸ਼ਨ ਦੇ ਵਿੱਚ ਇੱਕ ਫੈਲਾਅ ਦੇ ਦਾਇਰੇ ਦੇ ਵਿੱਚ ਆਏ ਆ ਤੇ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਉਹਨੇ ਉਸ ਟਾਈਮ ਦੇ ਵਿੱਚ ਕਿੰਨਾ ਸਾਡੇ ਸਮਾਜ ਨੂੰ ਜਾਗਰੂਕ ਕੀਤਾ ਹੈ। ਇਹ ਸਾਡੇ ਪਿੰਡ ਲਈ, ਸਾਡੇ ਲਈ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਕਿ ਅਸੀਂ ਸਾਡੇ ਹੀ ਫੈਮਿਲੀ ਦੇ ਵਿੱਚੋਂ, ਸਾਡੇ ਸਕਿਆਂ ਦੇ ਵਿੱਚੋਂ, ਸਾਡੇ ਪਿੰਡ ਦੇ ਵਿੱਚੋਂ ਇੰਨੇ ਜਿਹੜੇ ਆ ਵਧੀਆ ਇੱਕ ਕਲਾਕਾਰ ਸੀਗੇ ਤੇ ਉਹਨਾਂ ਦੇ ਪਿੰਡ ਤੋਂ ਮੈਂ ਆ। ਮੈਨੂੰ ਫਖਰ ਆ ਇਸ ਗੱਲ ਦਾ। ਧੰਨਵਾਦ ਜੀ ਮੋਨਕਾ ਜੀ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ 9ਵੇਂ ਮਹੀਨੇ ਇਸ ਸਾਲ ਭਾਰਤ ਦੇਸ਼ ਦੀ ਧਰਤੀ ਤੁਗਲਕਾ ਬਾਗ ਮੰਦਿਰ ਦੇ ਵਿੱਚ ਦੇਖਣ ਨੂੰ ਗਿਆ ਸੀ, ਜੋ ਵੀ ਉੱਥੇ ਘਟਨਾ ਹੋਈ ਸੀਗੀ। ਤੇ ਜਦੋਂ ਮੈਂ ਉੱਥੇ ਗਿਆ ਸੀ ਉਸ 'ਤੇ ਥੋੜ੍ਹੇ ਜਿਹੇ ਮੈਂ ਕਲਿੱਪ ਬਣਾਏ ਸੀਗੇ ਤੇ ਲੇਕਿਨ ਅਸੀਂ ਅੱਜ ਕਲਿੱਪ ਨਹੀਂ ਦਿਖਾਵਾਂਗੇ ਉਹ। ਤੇ ਉਹਨਾਂ ਦੇ ਉੱਤੇ ਇਹਨਾਂ ਨੇ ਇੱਕ ਗੀਤ ਲਿਖਿਆ ਸੀ ਆਜ਼ਾਦ ਟੀਵੀ ਦੇ ਬਾਰੇ। ਤੁਸੀਂ ਉਹ ਤੁਹਾਡੀ ਸੋਚ ਕਿੱਥੋਂ ਆਈ ਸੀ ਆਜ਼ਾਦ ਟੀਵੀ ਦੇ ਬਾਰੇ ਗੀਤ ਲਿਖਣ ਦੀ? ਜਦੋਂ ਆਪਾਂ ਪਹਿਲਾਂ ਮੈਂ ਇੱਟ ਨਾਲ ਇੱਟ ਲਿਖਿਆ ਸੌਂਗ ਤੇ ਉਹ ਸਾਡੇ ਸਮਾਜ ਨੂੰ ਇੱਕ ਜਾਗਰੂਕ ਕਰਨ ਲਈ ਸੀਗਾ ਕਿ ਸਾਡੀ ਕੌਮ ਨੂੰ ਇੱਕ ਜਗਾਇਆ ਜਾਵੇ। ਸਾਡੀ ਕੌਮ ਜਿਹੜੀ ਇੱਕ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ, ਜੇ ਅਸੀਂ ਗੱਲ ਕੋਈ ਇਗਨੋਰ ਕਰਦੇ ਹਾਂ ਜਾਂ ਕੋਈ ਵੀ, ਉਹ ਸਮਾਜ ਦੇ ਵਿੱਚ ਇੱਕ ਚੰਗੀ ਸਿਹਤ ਨਹੀਂ ਦਿੰਦੀ ਹੈਗੀ। ਮੈਂ ਚਾਹੁੰਦੀ ਸੀ ਕਿ ਸਾਡੇ ਸਮਾਜ ਨੂੰ ਜਗਾਇਆ ਕਿੱਦਾਂ ਜਾਵੇ। ਉਹ ਸੋਚ ਰੱਖ ਕੇ ਮੈਂ ਦੂਜਾ ਗਾਣਾ ਵੀ ਉਸੇ ਹੀ ਤਰ੍ਹਾਂ ਦੇ ਨਾਲ ਲਿਖਿਆ ਕਿ ਜਿਵੇਂ ਕਿ ਇੱਟ ਨਾਲ ਇੱਟ ਖੜਕਾ ਦਿਆਂਗੇ, ਤੈਨੂੰ ਪਾਉਣੀ ਨੱਥ ਸਰਕਾਰੇ ਕੌਮ ਦਿਆਂ ਬੱਬਰ ਸ਼ੇਰਾਂ ਨੇ। ਸੋ ਜਦੋਂ ਮੈਂ ਤੁਹਾਡੀ ਵੀ ਵੀਡੀਓ ਕਲਿੱਪ ਦੇਖੇ ਆ ਤੇ ਆਜ਼ਾਦ ਟੀਵੀ ਦਾ ਜਦੋਂ ਨਾਮ ਆਇਆ ਤੇ ਫਿਰ ਮੈਂ ਉਹ ਕੋਸ਼ਿਸ਼ ਕੀਤੀ ਆ ਕਿ ਮੈਂ ਉਹ ਵੀ ਗਾਣਾ ਜਿਹੜਾ ਆ ਪਬਲਿਕ ਦੇ ਵਿੱਚ ਲੈ ਕੇ ਆਵਾਂ। ਉਹਦੀ ਆਡੀਓ ਵੀਡੀਓ ਅਸੀਂ ਕੀਤੀ ਆ
ਤੇ ਉਹ 4 ਲਾਈਨਾਂ ਅਸੀਂ ਮੈਂ ਲਾ ਵੀ ਹਟੇ ਪਹਿਲਾਂ Song ਪਹਿਲਾਂ ਹਾਂਜੀ, ਹਾਂਜੀ। ਤੁਸੀਂ ਹਾਂਜੀ ਹਾਂਜੀ ਤੇ ਉਹ 4 ਲਾਈਨਾਂ ਮੈਂ ਤੁਹਾਡੇ ਰੂਬਰੂ ਕਰਾਂਗੀ। ਆਜ਼ਾਦ ਟੀਵੀ ਦੇ ਉੱਤੇ ਅੱਜ ਬੈਠੇ ਆ ਤੇ ਆਜ਼ਾਦ ਟੀਵੀ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ ਜੀ। ਆਜ਼ਾਦ ਟੀਵੀ ਦੇ ਉੱਤੇ ਅੱਜ ਕੱਲ ਹੋਣ ਵਿਚਾਰਾਂ ਬਈ, ਇੰਗਲੈਂਡ ਕੈਨੇਡਾ ਅਮਰੀਕਾ ਹੋਇਆ ਰੋਸ ਮਜ਼ਾਰਾ ਬਈ, ਰਮੇਸ਼ ਕਲੇਰ ਦੇ ਹੋ ਰਮੇਸ਼ ਕਲੇਰ ਦੇ, ਰਮੇਸ਼ ਕਲੇਰ ਦੇ ਦਿਲ ਨੂੰ ਲੱਗਾ ਦਰਦ ਬਥੇਰਾ ਏ, ਤੈਨੂੰ ਪਾਉਣੀ ਨੱਥ ਸਰਕਾਰੇ ਕੌਮ ਦਿਆਂ ਬੱਬਰ ਸ਼ੇਰਾਂ ਨੇ, ਤੈਨੂੰ ਪਾਉਣੀ ਨੱਥ ਸਰਕਾਰੇ ਕੌਮ ਦਿਆਂ ਬੱਬਰ ਸ਼ੇਰਾਂ ਨੇ। ਥੈਂਕ ਯੂ ਜੀ। ਤੁਸੀਂ ਸਾਡਾ ਇਹ ਜਿਹੜਾ ਗੀਤ ਹੈ ਆਜ਼ਾਦ ਟੀਵੀ ਦੇ ਥਰੂ ਤੁਸੀਂ ਅਸੀਂ ਲਾ ਵੀ ਚੁੱਕੇ ਹਾਂ। ਅਗਲੇ ਹਫਤੇ ਵੀ ਤੁਸੀਂ ਕਿਉਂਕਿ ਇਸ ਟੀਵੀ ਦੇ ਉੱਤੇ ਆਉਣਾ, ਤੁਹਾਨੂੰ ਅਗਲੇ ਹਫਤੇ ਵੀ ਉਹ ਗੀਤ ਸੁਣਾਵਾਂਗੇ। ਹੋਰ ਵੀ ਜਿਹੜੀ ਇਹਨਾਂ ਦੀ ਕਲਾਕਾਰੀ ਹੈ ਉਹ ਵੀ ਤੁਹਾਡੇ ਰੂਬਰੂ ਕਰਾਂਗੇ। ਹਾਂਜੀ ਤनु ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆਪਣੇ तौर पे? मैं बहुत खुश हूँ जो इनके मोनिका जी के थॉट्स हैं, जो मोनिका जी का थिंकिंग है हमारे समाज को लेकर, स्पेशली लड़कियों को आगे बढ़ाने को लेकर, और खुद का भी जो उन्होंने संघर्ष करके जो इस मकाम में वो आज पहुँचे हैं और आगे बढ़ रहे हैं और अपने लिए, तो जिस तरीके की वो सोच रखते हैं कि मुझे कोई फ़र्क नहीं पड़ता, उन्हें आगे जाना है, उनका हौसला बुलंद है, तो वो चीज़ें इतनी पॉजिटिविटी क्रिएट कर रहा है इस वक्त यहाँ पे कि वो हमें भी इंस्पायर कर रहे हैं कि अगर कल को या यूथ को अगर कल कोई भी डिफ़िकल्टी से गुज़रता है या कोई भी मुश्किल आती है किसी के भी सामने, तो इनका एग्जाम्पल लेके वो ये याद रखें कि अगर आप हौसलों से आगे चलोगे तो ही आप मंजिल को पा सकोगे। अगर आप पहले ही अपने आप को दबा कर बैठ जाओगे कि लोग मुझे दबा रहे हैं इसलिए वो डीमोटिवेट हो जाते हैं, बहुत लोग हैं जो डीमोटिवेट हो जाते हैं, तो अगर आप ऐसे करेंगे तो आप कभी अपनी मंजिल को नहीं पा पाएंगे या आप कभी आगे नहीं बढ़ पाएंगे। शायद यही वजह है कि मोनिका जी इतना आगे बढ़ पाई हैं, उन्होंने अपना एक नाम बनाना जो शुरू किया है और जो बना रहे हैं वो उसमें बहुत सक्सेसफुल रही हैं, और ऊपर से जो उनको सपोर्ट मिल रहा है, सबका प्यार मिल रहा है लोगों का, उनकी फैमिली का, तो वो उनके लिए एक पॉजिटिविटी क्रिएट करता है पूरे सिचुएशन में। ਤੇ ਤੁਸੀਂ ਵੀ ਦਿੱਲੀ ਦੇ ਵਿੱਚ ਟੀਚਰ ਦੇ ਤੌਰ ਤੇ ਸੀਗੇ, ਟੀਚਰ ਦੇ ਅੱਜ ਵੀ ਚਲੋ ਘੁੰਮਣ ਫਿਰਨ ਆਏ ਆ, ਤੁਸੀਂ ਵੀ ਬੱਚਿਆਂ ਨੂੰ ਬਹੁਤ ਹੀ ਸਿੱਖਿਆ ਦੇ ਤੌਰ ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਤੁਸੀਂ ਆਪ ਐਜੂਕੇਸ਼ਨ ਦਿੰਦੇ ਆ, ਤਾਂ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? एजुकेशन हम बच्चों को देते हैं ताकि वो अच्छे नागरिक बन सकें, हमारी दुनिया को रिप्रेजेंट कर सकें, हमारी कंट्री को, हमारे कल्चर को रिप्रेजेंट कर सकें। लेकिन उसमें बच्चों को भी जब हम सिखाते हैं तो हम उनको पॉजिटिव थॉट्स और पॉजिटिविटी ही सिखाते हैं। जैसे मोनिका जी ने कहा कि जिन फील्ड्स में वो आगे बढ़ रहे हैं या जिनमें उनका योगदान रहा है, जिनके वो हेड रहे हैं लड़कियों को आगे बढ़ाने में, तो हम एजुकेशन फील्ड के थ्रू भी हम अपने यूथ को यही एनलाइटन करना चाहते हैं कि आप हर फील्ड में आगे बढ़िए, आप हर फील्ड में कॉन्फिडेंट रहिए, जहाँ पे भी आप जाते हैं, जो भी आप डिलीवर करना चाहते हैं वो उतनी कॉन्फिडेंटली करिए कि सामने वाले को कोई शक ना हो आपकी बात पे, या वो आपकी पर्सनालिटी को देखकर दंग रह जाए। जो हम जब भी अपनी कंट्री को बाहर प्रेजेंट करने जाएँ तो बाकी सब दंग रह जाए कि हम किस बैकग्राउंड से आ रहे हैं या हम किस सोसाइटी को हम क्रॉस करके यहाँ तक पहुँच रहे हैं। तो हम अपनी शिक्षा के थ्रू भी हम बच्चों को या लोगों को यही सिखाते हैं। ਵੈਰੀ ਗੁੱਡ, ਥੈਂਕ ਯੂ ਤਨੂ ਜੀ, ਬਹੁਤ ਬਹੁਤ ਧੰਨਵਾਦ। ਤੇ ਮੈਂ ਕਈ ਵਾਰੀ ਗੱਲ ਸੋਚਦਾ ਕਈ ਵਾਰੀ ਮੈਨੂੰ ਲੋਕ ਕਹਿ ਦਿੰਦੇ ਆ ਕਿ ਤੂੰ ਜ਼ਿਆਦਾ ਬੋਲ ਦਿੰਦਾ ਹੈ, ਕਈ ਵਾਰੀ ਗਰਮ ਹੋ ਜਾਂਦਾ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਇੱਕ ਠੰਡ ਤੇ ਇੱਕ ਗਰਮੀ ਜ਼ਰੂਰੀ ਹੋਣਾ ਵੀ ਜ਼ਰੂਰੀ ਹੈ ਕਿ ਜਿੱਥੇ ਪਿਆਰ ਦੀ ਭਾਸ਼ਾ ਲੋਕੀ ਸਮਝਦੇ ਉੱਥੇ ਪਿਆਰ ਨਾਲ ਗੱਲ ਕਰੋ, ਜਿੱਥੇ ਗਰਮੀ ਦੀ ਭਾਸ਼ਾ ਸਮਝਦੇ ਉੱਥੇ ਗਰਮੀ ਵਾਲੀ ਭਾਸ਼ਾ ਵਰਤਣੀ ਚਾਹੀਦੀ ਹੈ। ਅੱਜ ਦੀ ਗੱਲ ਇਹ ਹੈ ਕਿ ਅਸੀਂ ਮੋਨਿਕਾ ਜੀ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਫੇਸਬੁੱਕ ਆਲੇ ਦੁਆਲੇ ਸੋਸ਼ਲ ਮੀਡੀਆ ਤੇ ਪਾਇਆ ਸੀ ਕਿ ਅੱਜ ਪ੍ਰੋਗਰਾਮ ਹੋਵੇਗਾ, ਲੇਕਿਨ ਮੈਨੂੰ ਇੰਨੀਆਂ ਕਾਲਾਂ ਆਈਆਂ, ਮੈਂ ਕਾਲਾਂ ਦੀ ਤਾਂ ਪਰਵਾਹ ਨਹੀਂ ਕਰਦਾ ਨਾਲ, ਲੇਕਿਨ ਜਿਹੜੇ ਮੈਸੇਜ ਮੈਨੂੰ ਬੋਲ ਕੇ ਆਏ ਆ ਉਹ ਮੈਨੂੰ ਇੱਕ ਇੱਦਾਂ ਲੱਗਾ ਕਿ ਸਾਡੇ ਸਮਾਜ ਦੀ ਇੰਨੀ ਘਟੀਆ ਸੋਚ ਹੋ ਸਕਦੀ ਹੈ। ਅਸੀਂ ਕਹਿੰਦੇ ਤਾਂ ਜੈ ਭੀਮ ਹੈ, ਜੈ ਗੁਰਦੇਵ ਕਹਿੰਦੇ ਆ, ਲੇਕਿਨ ਸਾਡੀ ਸੋਚ ਲੇਡੀ ਦੇ ਬਾਰੇ ਹਾਲੇ ਵੀ ਉਹੀ ਬਣੀ ਹੋਈ ਹੈ ਜੋ ਅੱਜ ਤੋਂ 500 ਸਾਲ ਜਾਂ 1000 ਸਾਲ ਪਹਿਲਾਂ ਬਣੀ ਸੀ। ਉਹ ਜੋ ਮਨੂਵਾਦ ਨੇ ਸਾਡੇ ਵਿੱਚ ਅੰਦਰ ਭਰਿਆ ਸੀ ਕੁੱਟ ਕੇ, ਉਸ ਗੱਲ ਨੂੰ ਉਹਨਾਂ ਨੇ ਲੋਕਾਂ ਨੇ ਅੱਜ ਵੀ ਸਾਡੇ ਲੋਕਾਂ 'ਚੋਂ, ਅਸੀਂ ਚਾਹੇ ਜੈ ਭੀਮ ਕਹਿ ਲਈਏ ਚਾਹੇ ਜੈ ਗੁਰਦੇਵ ਕਹਿ ਲਈਏ, ਲੇਕਿਨ ਸਾਡੀ ਜਿਹੜੀ ਸੋਚ ਆ, ਜਿਹੜੀ ਸਾਡੀ ਸੂਈ ਆ ਉੱਥੇ ਟਿਕੀ ਹੋਈ ਆ। ਕਦੀ ਟਾਈਮ ਮਿਲਿਆ ਤੇ ਉਹ ਜਿਹੜੀਆਂ ਮੈਂ ਤੁਹਾਡੇ ਰੂਬਰੂ ਜ਼ਰੂਰ ਕਰਾਂਗਾ। ਇੱਕ ਮੀਡੀਆ ਦੇ ਉਹ ਬੰਦੇ ਹੁੰਦਿਆਂ ਹੋਇਆਂ ਕੋਈ ਬੰਦੇ ਜਿਹੜੇ ਆ ਮੈਨੂੰ ਮੈਸੇਜ ਆਪਣੀ ਲੈਂਗੁਏਜ ਦੇ ਵਿੱਚ ਬੋਲ ਕੇ ਕਹਿੰਦੇ ਆ
ਕਿ ਇਹਨਾਂ ਦੇ ਮੋਨਿਕਾ ਜੀ ਦੇ ਬਾਰੇ ਬੜੀਆਂ ਗਲਤ ਜਿਹੜੀਆਂ ਅਫਵਾਹਾਂ ਫੈਲਾ ਰਹੇ ਹਨ ਕਿ ਇਸ ਇਦਾਂ ਜੇ ਆ, ਇਹਨਾਂ ਨੂੰ ਕੀ ਆਉਂਦਾ ਫਲਾਨਾ ਜੀ। ਜਿਹੜੀਆਂ ਸਾਡੀ ਨੈਰੋ ਸੋਚ ਆ, ਜਿਹੜੀ ਬੁੱਧੀ ਸਾਡੀ ਜਿਹੜੀ ਬਹੁਤ ਘਟੀਆ ਜਿਹੜੀ ਸੋਚਣੀ ਆ, ਸਾਨੂੰ ਇਸ ਤੋਂ ਉੱਪਰ ਉੱਠਣਾ ਚਾਹੀਦਾ। ਜਿਹੜਾ ਸਾਡਾ ਸਮਾਜ ਦੇ ਵਿੱਚ ਜਿਹੜੀ ਸਾਡੀ ਔਰਤ ਲੇਡੀ ਆ, ਚਾਹੇ ਭੈਣ ਆ, ਚਾਹੇ ਮਾਂ ਆ, ਚਾਹੇ ਬੇਟੀ ਆ, ਚਾਹੇ ਬਹੂ ਆ, ਉਸ ਨੂੰ ਉੱਚਾ ਦਰਜਾ ਮੁਕਾਮ ਕਿਸ ਤਰ੍ਹਾਂ ਪਹੁੰਚਾਉਣਾ, ਅਸੀਂ ਉਸ ਦੇ ਪਿੱਛੇ ਕਿਸ ਤਰ੍ਹਾਂ ਖੜੇ ਹੋਣਾ ਆ। ਜ਼ਰੂਰੀ ਨਹੀਂ ਕਿ ਮੇਰੀ ਬਹੂ ਆ ਜੋ ਚੰਗਾ ਕੰਮ ਕਰਦੀ ਮੈਂ ਉਹਨੂੰ ਕਹਾਂ ਚੱਲ ਬੇਟੇ ਬੈ ਘਰ ਬੈਠ, ਇਹ ਤੇਰਾ ਕੰਮ ਨਹੀਂ, ਮੇਰਾ ਕੰਮ ਹੈ। ਨਹੀਂ, ਸਾਡਾ ਜਿਹੜਾ ਸਮਾਜ ਆ ਉਹ ਚਾਹੁੰਦਾ ਹੈ ਕਿ ਅੱਜ ਜਿਹੜੀ ਲੜਕੀ ਆ ਉਹ ਆਪਣੇ ਪੈਰਾਂ 'ਤੇ ਆਪ ਖੜੀ ਹੋਵੇ, ਤਾਂ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਔਰ ਚੰਗਾ ਜਿਹੜਾ ਉਹਨੂੰ ਰਹਿਣਾ ਬਹਿਣਾ ਚੰਗਾ ਨਾਗਰਿਕ ਬਣਾਉਣ ਦੇ ਵਿੱਚ ਉਹ ਸਹਾਈ ਹੋ ਸਕੇ। ਮੈਂ ਜ਼ਰੂਰ ਸਾਰੇ ਭੈਣਾਂ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਾਥੀਓ, ਪਤਾ ਨਹੀਂ ਟਾਈਮ ਕਿੰਨਾ ਗਿਆ ਕਿਸੇ ਦੇ ਕੋਲ ਜ਼ਿੰਦਗੀ ਦਾ, ਲੇਕਿਨ ਕੋਈ ਚੰਗੇ ਕੰਮ ਕਰਕੇ ਜਾਓ, ਲੇਕਿਨ ਕਿਸੇ ਦੀਆਂ ਲੱਤਾਂ ਨਾ ਖਿੱਚੋ। ਮੈਂ ਲੱਤਾਂ ਖਿੱਚਣ ਦਾ ਮਤਲਬ ਇਹ ਨਹੀਂ ਕਿ ਕੋਈ ਚੰਗਾ ਕੰਮ ਕਰਦਾ ਉਹਦੀਆਂ ਲੱਤਾਂ, ਜੇ ਦੂਰਾ ਪੁੱਠੇ ਕੰਮ ਕਰਦਾ ਉਹਦੀਆਂ ਲੱਤਾਂ ਖਿੱਚੋ, ਲੱਤਾਂ ਬਾਹਾਂ ਵੀ ਖਿੱਚ ਲਓ, ਸਾਰਾ ਕੁਝ ਖਿੱਚ ਲਓ। ਲੇਕਿਨ ਜੋ ਚੰਗਾ ਸਮਾਜ ਲਈ ਕੰਮ ਕਰਦਾ ਹੈ, ਜਦੋਂ ਤੁਸੀਂ ਉਸ ਦੇ ਵਿੱਚ ਵਿਘਨ ਪਾਉਂਦੇ ਆ, ਉਹ ਜਿਹੜਾ ਵਿਘਨ ਆ, ਤੁਸੀਂ ਇਹ ਨਹੀਂ ਸੋਚਦੇ ਕਿ ਕਿਸੇ ਇੱਕ ਦੇ ਜੀਵਨ ਦੇ ਵਿੱਚ ਵਿਘਨ ਪਾ ਰਹੇ ਹੋ, ਉਹ ਤੁਸੀਂ ਸਮਾਜ ਦੇ ਵਿੱਚ ਵਿਘਨ ਪਾ ਰਹੇ ਹੋ, ਆਪਣੇ ਸਮਾਜ ਦੀ ਤਰੱਕੀ ਦੇ ਵਿੱਚ ਵਿਘਨ ਪਾ ਰਹੇ ਹੋ। ਇਸੇ ਕਰਕੇ ਤਾਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ ਹੈ। ਜੇ ਸਾਡਾ ਪੜ੍ਹਿਆ ਲਿਖਿਆ ਸਮਾਜ ਚੰਗਾ ਹੁੰਦਾ, ਜੇ ਪੜ੍ਹ ਲਿਖ ਕੇ ਉਹ ਸਾਡੇ ਅਨਪੜ੍ਹ ਬੱਚਿਆਂ ਨੂੰ ਜਾਂ ਸਾਡੇ ਭੈਣਾਂ ਭਰਾਵਾਂ ਨੂੰ ਐਜੂਕੇਸ਼ਨ ਦਿੰਦੇ, ਐਜੂਕੇਟ ਕਰਦੇ, ਤੇ ਉਹਨਾਂ ਦੇ ਵਿੱਚ ਸਿੱਖਿਆ ਦੀ ਜਿਹੜੀ ਮਾਤਰਾ ਸੀ ਬਹੁਤ ਵਾਧੂ ਹੋ ਜਾਣੀ ਸੀ, ਤੇ ਅਸੀਂ ਅੱਜ ਵੀ ਦੂਸਰੇ ਲੋਕਾਂ ਦੇ ਬਰਾਬਰ ਹੋ ਜਾਣਾ ਸੀ। ਲੇਕਿਨ ਬਦਕਿਸਮਤੀ ਸਾਡੀ ਕਿ ਅਸੀਂ ਬਾਬਾ ਸਾਹਿਬ ਨੂੰ ਪੜ੍ਹ ਨਹੀਂ ਸਕੇ, ਬਾਬਾ ਸਾਹਿਬ ਨੂੰ ਸੋਚ ਨਹੀਂ ਸਕੇ, ਬਾਬਾ ਸਾਹਿਬ ਦੀ ਸੋਚ 'ਤੇ ਅਸੀਂ ਚੱਲ ਨਹੀਂ ਸਕੇ, ਅਸੀਂ ਸਤਿਗੁਰੂ ਦਾ ਮਹਾਰਾਜ ਦੇ ਮਿਸ਼ਨ ਨੂੰ ਸੋਚ ਨਹੀਂ ਸਕੇ, ਅਸੀਂ ਮਹਾਂਪੁਰਸ਼ਾਂ ਦੀਆਂ ਬਾਣੀਆਂ ਦੇ ਉੱਤੇ ਨਹੀਂ ਚੱਲ ਸਕੇ, ਤੇ ਲੇਕਿਨ ਅਸੀਂ ਆਪਣੇ ਅੰਦਰ ਜਿਹੜੀ ਨਫ਼ਰਤ ਲੈ ਕੇ ਘੜਾ ਭਰ ਕੇ ਬੈਠੇ ਹਾਂ, ਉਹ ਅਸੀਂ ਸਾਡਾ ਜਿਹੜਾ ਭਰਦਾ ਜਾਂਦਾ, ਉਹ ਡੁੱਲਣਾ ਵੀ ਇੱਕ ਦਿਨ ਹੈ। ਜਦੋਂ ਡੁੱਲੇਗਾ ਉਸ ਸਮਾਜ ਦਾ ਨੁਕਸਾਨ ਕਰੇਗਾ। ਇਸ ਕਰਕੇ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ, ਜਿੱਥੇ ਮਰਜ਼ੀ ਰਹੋ ਖੁਸ਼ ਰਹੋ, ਲੇਕਿਨ ਆਪਣੇ ਸਮਾਜ ਦੀ ਤਰੱਕੀ ਦੇ ਵਿੱਚ ਰੋੜਾ ਨਾ ਬਣੋ। ਹਾਂਜੀ ਮੋਨਿਕਾ ਜੀ, ਤੁਸੀਂ ਕਹਿਣਾ ਚਾਹੁੰਦੇ ਹੋ? ਹਾਂਜੀ ਬਿਲਕੁਲ ਜੀ, ਮੈਂ ਇਸ ਦੇ ਬਾਰੇ ਕਹਿਣਾ ਚਾਹੁੰਦੀ ਹਾਂ ਕਿ ਇਹ ਉਹ ਲੋਕ ਆ ਜੀ ਜੋ ਇੱਕ ਜੈਲਸੀ ਕਰਦੇ ਆ, ਜੋ ਕਿ ਆਪਣੇ ਆਪ ਨੂੰ ਜਿਹੜੀਆਂ ਉਹਨਾਂ ਦੇ ਵਿੱਚ ਕਮੀਆਂ ਆ, ਉਹ ਉਹਨਾਂ ਨੂੰ ਕਮੀਆਂ ਜਿਹੜੀਆਂ ਉਹ ਲੁਕਾਉਣਾ ਚਾਹੁੰਦੇ ਆ, ਉਹ ਦੂਜੇ ਦੇ ਜਿਹੜੇ ਹੁਨਰ ਦੇ ਵਿੱਚ ਕਮੀਆਂ ਕੱਢਦੇ ਆ। ਜੇ ਉਹ ਲੋਕ ਕਹਿੰਦੇ ਆ ਕਿ ਮੋਨਿਕਾ ਨੂੰ ਲਿਖਣਾ ਨਹੀਂ ਆਉਂਦਾ, ਮੋਨਿਕਾ ਨੇ ਪ੍ਰੂਫ ਕਰ ਦਿੱਤਾ। ਮੈਂ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਅੱਜ ਚਲੋ ਮੇਰੇ ਹੱਥ ਦੇ ਵਿੱਚ ਕਲਮ ਆ, ਤੇ ਗੁਰੂ ਰਵਿਦਾਸ ਜੀ ਦਾ ਜਿਹੜਾ ਸਾਨੂੰ ਇੱਕ ਦਲੇਰੀ ਹੱਲਾਸ਼ੇਰੀ ਜਿਹੜੀ ਉਹਨਾਂ ਦਾ ਆਸ਼ੀਰਵਾਦ ਆ ਸਾਡੇ ਕੋਲ, ਤੇ ਜਿਹੜਾ ਗਾਣੇ ਜਿਹੜੇ ਸੁਣੇ ਗਏ ਆ ਉਹ ਗਾਣੇ ਮੇਰੇ ਹੀ ਗਾਏ ਹੋਏ ਆ। ਜੇ ਕੋਈ ਕਹਿੰਦਾ ਹੈ ਕਿ ਮੋਨਿਕਾ ਨੂੰ ਗਾਉਣਾ ਨਹੀਂ ਆਉਂਦਾ, ਜੇ ਕੋਈ ਕਹਿੰਦਾ ਕਿ ਮੋਨਿਕਾ ਨੂੰ ਲਿਖਣਾ ਨਹੀਂ ਆਉਂਦਾ, ਮੈਂ ਦੱਸਦੀ ਹਾਂ ਕਿ 24 ਸਾਲ ਹੋ ਗਏ ਮੈਨੂੰ ਲਿਖਦਿਆਂ। ਬਚਪਨ ਤੋਂ ਹੀ ਜਦੋਂ ਮੈਂ ਛੋਟੀ ਸੀਗੀ ਤਾਂ ਮੇਰੇ ਮਨ ਦੇ ਵਿੱਚ ਸੀਗਾ ਕਿ ਮੈਂ ਲਿਖਣਾ ਆ, ਤੇ 24 ਸਾਲ ਦਾ ਸੰਘਰਸ਼ ਜਿਹੜਾ ਆ ਲਿਖਣਾ ਨਿਖਾਰ ਪਾ ਕੇ ਅੱਜ ਮੈਂ ਲੰਡਨ ਦੀ ਧਰਤੀ ਤੇ ਆਉਣਾ ਇੱਕ ਮੇਰੇ ਲਈ ਬਹੁਤ ਵੱਡੀ ਗੱਲ ਆ, ਜੋ ਕਿ ਮੈਂ ਅੱਜ ਆਜ਼ਾਦ ਟੀਵੀ ਦੇ ਉੱਤੇ ਬੈਠੀ ਆ। ਤੇ ਇਹ ਉਹ ਲੋਕ ਆ ਜਿਹੜੇ ਗੱਲਾਂ ਕਰਦੇ ਆ ਜਿਨ੍ਹਾਂ ਨੇ ਕੁਝ ਕਰਨਾ ਨਹੀਂ, ਆਪ ਕੁਝ ਕਰਦੇ ਨਹੀਂ, ਅਗਲੇ ਨੂੰ ਕੁਝ ਕਰਨ ਦੇਣਾ ਨਹੀਂ ਹੈਗਾ। ਇਹਨਾਂ ਦੇ ਫੋਨ ਦਾ, ਇਹਨਾਂ ਦੇ ਮੈਸੇਜਾਂ ਦਾ ਇਹੀ ਮਤਲਬ ਆ, ਕਿਉਂਕਿ ਦੇਖੋ ਮੈਨੂੰ ਜਿਹੜੇ ਵੀ ਲੋਕ ਮੈਨੂੰ ਸਪੋਰਟ ਕਰਦੇ ਉਹਨਾਂ ਨੂੰ ਫੋਨ ਜ਼ਰੂਰ ਜਾਂਦੇ ਆ। ਦੁਬਈ ਦੇ ਵਿੱਚ ਜੱਸੀ ਗੱਡੂ ਜੀ ਨੂੰ ਫੋਨ ਗਏ ਆ, ਇੱਥੇ ਰਮੇਸ਼ ਜੀ ਨੂੰ ਫੋਨ ਆ ਰਹੇ ਆ, ਉਧਰ ਇਟਲੀ 'ਚ ਕਸ਼ਮੀਰੀ ਲਾਲ ਬਸਨ ਜੀ ਆ, ਉਹਨਾਂ ਨੂੰ ਵੀ ਹੋ ਸਕਦਾ ਹੈ ਕੱਲ ਨੂੰ ਫੋਨ ਜਾਣ, ਤੇ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਸਪਾਂਸਰ ਕੀਤਾ ਆ, ਹੋ ਸਕਦਾ ਕੱਲ ਉਹਨਾਂ ਨੂੰ ਵੀ ਫੋਨ ਜਾਣ। ਸੋ ਇਹ ਸਮਾਜ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਹਟੀ ਕਿ ਗੰਦਗੀ ਸਾਡੇ ਸਮਾਜ ਦੇ ਵਿੱਚ ਕੁਝ ਗੰਦੇ ਇੱਕ ਫਰੂਟ ਵਾਂਗੂ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਟੋਕਰੀ ਸਾਰਿਆਂ ਨੂੰ ਇੱਕ ਫਰੂਟ ਖਰਾਬ ਕਰ ਦਿੰਦਾ ਹੈ, ਉਹੀ ਇਹ ਲੋਕ ਆ ਜਿੱਥੇ ਕਿ 90% ਤੋਂ ਉੱਤੇ ਹੀ ਮੈਂ ਕਹੂੰਗੀ ਸ਼ਾਇਦ ਜਿਹੜੇ ਲੋਕ ਮੈਨੂੰ ਫੋਲੋਵਰ ਆ ਮੇਰੇ ਜਾਂ ਮੈਨੂੰ ਪਸੰਦ ਕਰਦੇ ਆ, ਉਹਦੇ ਵਿੱਚੋਂ 8 ਜਾਂ 10% ਲੋਕ ਹੋਣਗੇ ਜਿਹੜੇ ਕਿ ਮੇਰੇ ਜੈਲਸੀ ਦੇ ਕਾਰਨ ਮੇਰੇ ਤੋਂ ਨਫ਼ਰਤ ਕਰਦੇ ਹੋਣਗੇ, ਖਿੱਚਦੇ ਹੋਣਗੇ, ਤੇ ਮੈਂ ਇਹਨਾਂ ਲੋਕਾਂ ਦੀ ਵੈਸੇ ਕੋਈ ਪਰਵਾਹ ਨਹੀਂ ਕਰਦੀ। ਮੋਨਿਕਾ ਜਦੋਂ ਤੁਹਾਨੂੰ ਇਸ ਤਰ੍ਹਾਂ ਦੀ ਉਹ ਬਹਿਸ ਕਰਦੇ ਜਾਂ ਗੱਲਬਾਤ ਕਰਦੇ, ਤੁਹਾਨੂੰ ਮੈਂ ਕਹਿੰਦਾ ਹੌਸਲਾ ਦਲੇਰੀ ਨਹੀਂ ਮਿਲਦੀ, ਹੋਰ ਤੁਸੀਂ ਅੱਗੇ ਜਾਓਗੇ? ਬਿਲਕੁਲ ਉਹਦੇ ਨਾਲ ਤਾਂ ਮੈਨੂੰ ਹੋਰ ਉਤਸ਼ਾਹ ਹੁੰਦਾ ਆ, ਤੇ ਮੈਂ ਕਹਿੰਦੀ ਆ ਕਿ ਇਦਾਂ ਦੇ ਲੋਕ ਸਮਾਜ 'ਚ ਆਉਣ। ਜੇ ਸਾਡੇ ਨਾਲ ਇਦਾਂ ਦੇ ਸਮਾਜ 'ਚ ਲੋਕ ਗੰਦੇ ਲੋਕ ਨਾ ਜੁੜਨਗੇ, ਸਾਡੀ ਬੁਰਾਈ ਨਾ ਕਰਨਗੇ, ਸਾਡੇ ਵਿੱਚ ਜਿਹੜਾ ਹੌਸਲਾ ਉਹ ਨਹੀਂ ਆਊਗਾ। ਪਿਛਲੇ ਸਾਲ ਜੋ ਮੇਰੇ ਨਾਲ ਹੋਇਆ ਆ, ਕਾਫੀ ਲੋਕਾਂ ਨੇ ਜ਼ੋਰ ਲਗਾਇਆ ਆ ਕਿ ਮੋਨਿਕਾ ਨੂੰ ਇਦਾਂ ਕਰ ਦਈਏ, ਮੋਨਿਕਾ ਨੂੰ ਦਬਾ ਦਈਏ, ਮੋਨਿਕਾ ਅੰਦਰ ਬੈਠ ਜਾਏ, ਪਰ ਮੋਨਿਕਾ ਨਹੀਂ, ਮੋਨਿਕਾ ਨੇ ਸੰਘਰਸ਼ ਕੀਤਾ ਆ,
ਤੇ ਮੋਨਿਕਾ ਅੱਜ ਲੰਡਨ ਦੀ ਧਰਤੀ ਤੇ ਬੈਠੀ ਆ ਤੇ ਅੱਗੇ ਵੀ ਵਧੂਗੀ। ਜਿੰਨਾ ਚਿਰ ਇਸ ਸਰੀਰ 'ਚ ਸਾਹ ਆ ਮੈਨੂੰ ਕੋਈ ਵੀ ਡਰਾ ਨਹੀਂ ਸਕਦਾ, ਕੋਈ ਵੀ ਮਾਤ ਨਹੀਂ ਦੇ ਸਕਦਾ, ਪਿੱਛੇ ਦਾ ਕੋਈ ਧਕੇਲ ਨਹੀਂ ਸਕਦਾ। ਜਿੰਨਾ ਵੀ ਸਾਡੇ ਸਮਾਜ ਲਈ ਮੈਂ ਕੰਮ ਕਰਨਾ ਆ, ਜੋ ਮੈਂ ਬੋਲਦੀ ਆ ਉਹ ਮੈਂ ਸ਼ਰੇਆਮ ਬੋਲਦੀ ਆ ਤੇ ਬਿਨਾਂ ਡਰੇ ਨਧੜਕ ਹੋ ਕੇ ਬੋਲਦੀ ਆ। ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ। ਇਦਾਂ ਦੇ ਸਮਾਜ ਦੇ ਵਿੱਚ ਬਹੁਤ ਇਨਸਾਨ ਤੁਰੇ ਫਿਰਦੇ ਆ ਤੇ मैं इन्हां दी कोई परवाह नहीं करती, ते जो करना ही नहीं कर लैन, सानू कोई परवाह नहीं हैगी ना। और क्ले जैसे एक स्पॉन्ज होता है, अगर आप उसको जितना दबाते हो तो वो जितना दबता है, जब वो उसको आप छोड़ते हो तो वो ऊपर जाता है। तो शायद मोनिका जी की जिंदगी में भी वो संघर्ष जो जिन लोगों ने इनको दबाया, इसलिए वो और ऊपर उठ के उभर कर आई और उनको दिखाने के लिए कि तुमको और उनके मुंह पर चपेट है। हाँ, उनके मुंह पे चपेट है और तुम अगर मेरे को दबाओगे तो मैं तुम्हें और दबा सकती हूँ। उस हौसले के साथ वो अभी यहाँ पे खड़ी है, यहाँ पे बैठी है। तो वही चीज़ है कि लोगों को ये बात समझ नहीं आती कि वो अल्टीमेटली हमारी हेल्प कर रहे हैं कि हम और ऊपर उठ पाते हैं, रादर वो उनको लगता है कि हम अपने मकसद में कामयाब हो गए जी। तो ये हमारी सोच, वो जो छोटी सोच है हमारे समाज की, उसकी वजह से लोग शायद जो बढ़ते हैं वो बढ़ जाते हैं और बाकी लोग जो बोलते रहते हैं वो पीछे रहते हैं, वो ऐसे ही रहते हैं। आपने बहुत अच्छी बढ़िया बात कही है। तभी मोनिका जी को आप मान सम्मान दो, क्योंकि जो आजाद टीवी पे आते हैं, बैठे रहो, क्यों आप माइक लगाओ, ले लो, आप ही पकड़ा दो पहले, बाद में वो पकड़ा देंगे आपको। हाँ जी ਤੇ ਇਹ ਮੋਨਿਕਾ ਜੀ ਜੋ ਵੀ ਆਜ਼ਾਦ ਟੀਵੀ ਤੇ ਜਦੋਂ ਗੈਸਟ ਸਾਡੇ ਕੋਲ ਮਹਿਮਾਨ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਇਹ ਜਿਹੜੇ ਇੱਕ ਆਜ਼ਾਦ ਟੀਵੀ ਦੀ ਜਿਹੜੀ ਆ ਸ਼ੀਲਡ ਆ ਅਸੀਂ ਉਹਨਾਂ ਨੂੰ ਭੇਂਟ ਕਰਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਘਰ 'ਚ ਆਪਣੇ ਜ਼ਰੂਰ ਰੱਖੋਗੇ ਅਲਮਾਰੀ ਦੇ ਉੱਤੇ। ਤੇ ਅਸੀਂ ਤੇ ਤੁਸੀਂ ਹੋਰ ਆਪਣੇ ਤੌਰ ਤੇ ਜੋ ਵੀ ਆਪਣਾ ਇਸ ਵੇਲੇ ਸਮਾਜ ਆ ਜੋ ਇਸ ਟੀਵੀ ਨੂੰ ਦੇਖ ਰਿਹਾ ਆ, ਆਪਣੇ ਭਾਈਚਾਰਾ ਦੇਖ ਰਿਹਾ ਆ, ਕੀ ਮੈਸੇਜ ਦੇਣਾ, ਵਧੀਆ ਮੈਸੇਜ ਜਿਹੜਾ ਆ ਕਿ ਤਾਂ ਕਿ ਜਿਹੜਾ ਸਾਡਾ ਸਮਾਜ ਅੱਗੇ ਜਾ ਸਕੇ। ਮੇਰਾ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਜਦੋਂ ਵੀ ਸਾਡੇ ਸਮਾਜ ਦੇ ਉੱਤੇ ਕੋਈ ਭੀੜ ਭਾਰੀ ਪੈਂਦੀ ਆ, ਨਾ ਕਿ ਅਸੀਂ ਕਿਸੇ ਦੀਆਂ ਲੱਤਾਂ ਬਾਹਾਂ ਖਿੱਚੀਏ, ਸਗੋਂ ਕਿ ਅਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਇਕੱਠੇ ਹੋਈਏ ਤੇ ਅੱਗੇ ਤੋਂ ਅੱਗੇ ਜਿਹੜਾ ਆਪੇ ਵੱਧਦੇ ਜਾਈਏ। ਤੇ ਜੇ ਆਪਾਂ ਇਹਨਾਂ ਦੇ ਜ਼ੁਲਮਾਂ ਨੂੰ, ਜੋ ਵੀ ਸਾਡੇ ਨਾਲ ਹੋ ਰਿਹਾ ਸਮਾਜ ਦੇ ਵਿੱਚ, ਵਿਤਕਰੇ ਜੋ ਹੋ ਰਹੇ ਆ, ਇਹਨਾਂ ਨੂੰ ਜੇ ਆਪਾਂ ਖਤਮ ਕਰਨਾ ਆ ਤਾਂ ਸਾਨੂੰ ਇੱਕ ਹੋਣ ਦੀ ਜ਼ਰੂਰਤ ਆ। ਸੋ ਜਿੰਨੀਆਂ ਵੀ ਸੁਸਾਇਟੀਆਂ, ਜਿੰਨੀਆਂ ਵੀ ਕਮੇਟੀਆਂ ਬਣੀਆਂ ਆ ਸਾਡੇ ਡਾਕਟਰ ਬੀ ਆਰ ਅੰਬੇਡਕਰ ਜੀ ਦੀਆਂ, ਮਿਸ਼ਨ ਦੀਆਂ, ਗੁਰੂ ਰਵਿਦਾਸ ਜੀ ਦੀਆਂ, ਜੋ ਭਗਵਾਨ ਵਾਲਮੀਕ ਜੀ ਦੀਆਂ, ਗੁਰੂ ਕਬੀਰ ਜੀ ਦੀਆਂ, ਸੋ ਮੈਂ ਸਾਰਿਆਂ ਨੂੰ ਇਹ ਕਹਿੰਦੀ ਆ ਕਿ ਜਿੰਨਾ ਵੀ ਸਾਡਾ ਸਮਾਜ ਆ, ਚਾਹੇ ਉਹ ਸਿੱਖ ਸਮਾਜ ਆ, ਚਾਹੇ ਉਹ ਰਵਿਦਾਸੀਆ ਸਮਾਜ ਆ, ਸਾਨੂੰ ਇੱਕ ਜ਼ਰੂਰਤ ਆ ਕਿ ਇਕੱਠੇ ਹੋਣ ਦੀ। ਜਦੋਂ ਅਸੀਂ ਇਕੱਠੇ ਹੋ ਗਏ ਤਾਂ ਸਾਡੇ ਤੇ ਇਹ ਜ਼ੁਲਮ ਜਿਹੜੇ ਆ ਉਹ ਸਾਰੇ ਖਤਮ ਹੋ ਜਾਣਗੇ। ਸੋ ਸਾਰੇ ਭੈਣਾਂ ਭਰਾਵਾਂ ਨੂੰ, ਜਿੰਨੇ ਵੀ ਇਹ ਟੀਵੀ ਦੇਖ ਰਹੇ ਆ, ਇਸ ਵੇਲੇ ਪ੍ਰੋਗਰਾਮ ਦੇਖ ਰਹੇ, ਮੇਰਾ ਉਹਨਾਂ ਨੂੰ ਇਹ ਕਹਿਣਾ ਆ ਕਿ ਆਪਾਂ ਇਕਜੁੱਟ ਹੋਈਏ ਤਾਂ ਕਿ ਜੋ ਸਾਡੇ ਸਮਾਜ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜ਼ੁਲਮ ਹੋ ਰਹੇ ਆ, ਆਪਾਂ ਉਹਨਾਂ ਦਾ ਖਾਤਮਾ ਕਰਕੇ ਇੱਕ ਵਧੀਆ ਡਿਜੀਟਲ ਇੰਡੀਆ, ਵਧੀਆ ਇੰਡੀਆ ਜਿਹੜਾ ਆਪਾਂ ਆਪਣੇ ਭਾਰਤ ਨੂੰ ਬਣਾ ਸਕੀਏ, ਤੇ ਤਾਂ ਕਿ ਜੋ ਸਾਡੀਆਂ ਜਿਹੜੀਆਂ ਧੀਆਂ ਭੈਣਾਂ, ਬੱਚੇ ਛੋਟੇ ਛੋਟੇ ਆ, ਉਹ ਇੱਕ ਚੰਗੀ ਸਿਹਤ ਲੈਣ ਤੇ ਉਹ ਸੁਰੱਖਿਅਤ ਰਹਿਣ। ਤੇ ਮੋਨਿਕਾ ਜੀ, ਜਿਹੜੇ ਤੁਹਾਡੇ ਗਾਂ ਸੌਂਗ ਆਉਣੇ ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜੇ ਤੁਹਾਡੇ ਆਪਣੇ ਪੰਜਾਬੀ ਦੇ ਆ, ਜਾਂ ਕੋਈ ਸਤਿਗੁਰੂ ਦਾਸ ਮਹਾਰਾਜ ਦੇ ਆ, ਜਾਂ ਬਾਬਾ ਸਾਹਿਬ ਦੇ ਪ੍ਰਤੀ ਆ, ਕੋਈ ਵੀ ਜਿਹੜੇ ਇੱਕ ਦੋ ਗੀਤ ਹੈ ਉਹਨਾਂ ਦੇ ਵਿੱਚ ਕੋਈ ਤੁਹਾਡੇ ਕੋਲ ਲਾਈਨਾਂ ਜੇ ਯਾਦ ਹਨ ਤਾਂ? ਹਾਂਜੀ, ਮੇਰਾ ਇੱਕ ਪੰਜਾਬੀ ਸੌਂਗ ਆ, ਮੈਂ ਹੁਣੇ ਉਹ ਰਿਕਾਰਡਿੰਗ ਕਰਕੇ ਹੀ ਆਈ ਆ ਇੱਥੇ, ਤੇ ਉਹਦੀ ਅਸੀਂ ਅਗਲੇ ਹਫਤੇ ਇੱਥੇ ਵੀਡੀਓ ਜਿਹੜੀ ਸ਼ੂਟ ਆ ਲੰਡਨ ਦੇ ਵਿੱਚ ਰੱਖੀ ਹੋਈ ਆ, ਤੇ ਉਹ ਗਾਣਾ ਆ ਲੱਖਾਂ ਦਿਲ, ਤੇ ਉਹ ਮੈਂ ਤੁਹਾਡੇ ਰੂਬਰੂ ਕਰਦੀ ਆ। ਅਸੀਂ ਕਦਰ ਗਵਾ ਬੈਠੇ ਯਾਰਾ, ਤੇਰੇ ਨਾਲ ਦਿਲ ਦੀ ਗੱਲ ਕਰਕੇ, ਤੇਰੇ ਬੋਲ ਰੜਕਦੇ ਸਾਨੂੰ ਵੇ, ਦਿਲ ਰੋਂਦਾ ਹੋ ਕੇ ਪਰ ਕੇ, ਕੋਈ ਸੋਚ ਨਹੀਂ ਸਕਦਾ ਵੇ ਸੱਜਣਾ, ਹਾਸਾ ਬੁੱਲਾਂ ਤੇ ਰੱਖਦੇ ਹਾਂ, ਤੂੰ ਦਿਲੋਂ ਵਗਾ ਕੇ ਸੁੱਟਤਾ ਵੇ, ਅਸੀਂ ਲੱਖਾਂ ਦਿਲਾਂ ਵਿੱਚ ਵਸਦੇ ਹਾਂ, ਤੂੰ ਦਿਲੋਂ ਵਗਾ ਕੇ ਸੁੱਟਤਾ ਵੇ, ਅਸੀਂ ਲੱਖਾਂ ਦਿਲਾਂ ਵਿੱਚ ਵਸਦੇ ਹਾਂ। ਇਹ ਇੱਕ ਅੱਧਾ ਪੈਰਾ ਹੋਰ ਸੁਣਾ ਦਿਓ, ਜੋ ਹੋਰ ਕੋਈ ਜਿਹੜਾ ਵੀ ਤੁਹਾਡਾ ਗੀਤ ਆਉਣੇ ਵਾਲਾ ਉਹਦਾ ਸੁਣਾ ਦਿਓ, ਜਿਹੜਾ ਵੀ ਆ। ਇਸੇ ਹੀ ਗਾਣੇ ਦਾ ਮੈਂ ਇੱਕ ਪਿਆਰਾ ਜੋ, ਕਿਉਂਕਿ ਇਹ ਦਿਲ ਜਿਹੜਾ ਸੌਂਗ ਆ
ਉਹ ਇੱਕ ਫੀਲਿੰਗ ਦੇ ਨਾਲ, ਦਰਦ ਦੇ ਨਾਲ ਲਿਖਿਆ ਹੁੰਦਾ ਹੈ। ਜਦੋਂ ਮੈਂ ਕੋਈ ਚੀਜ਼ ਦਿਮਾਗ ਦੇ ਵਿੱਚ ਸੋਚਦੀ ਹਾਂ ਤੇ ਉਸੇ ਤਰ੍ਹਾਂ ਦੇ ਨਾਲ ਫਿਰ ਮੈਂ ਉਹਨੂੰ ਆਪਣੀ ਕਲਮ ਰਾਹੀਂ ਉਲੀਕਦੀ ਹਾਂ। ਇਹਦਾ ਜਿਹੜਾ ਇੱਕ ਸੈਕਿੰਡ ਪੈਰਾ ਆ ਉਹ ਮੇਰਾ ਬਹੁਤ ਫੇਵਰਟ ਪੈਰਾ ਆ, ਉਹ ਮੈਂ ਤੁਹਾਨੂੰ ਦੱਸਦੀ ਹਾਂ। ਅਸੀਂ ਦਿਲ ਸੀ ਵਾਰਿਆ ਤੇਰੇ ਤੋਂ, ਕੀ ਪਤਾ ਸੀ ਕਹਿਰ ਕਮਾਵੇਂਗਾ। ਸਾਡੇ ਦਿਲ ਦੀਆਂ ਹਾਵਾਂ ਲੱਗਣਗੀਆਂ ਵੇ ਜਦ ਥਾਂ ਥਾਂ ਠੋਕਰਾਂ ਖਾਵੇਂਗਾ। ਦਿਲ ਦੀਆਂ ਹਾਵਾਂ ਲੱਗਣਗੀਆਂ ਵੇ ਜਦ ਥਾਂ ਥਾਂ ਠੋਕਰਾਂ ਖਾਵੇਂਗਾ। ਤੇਰੇ ਨਾਲ ਟੌਰ ਸੀ ਸਾਡੀ ਵੇ, ਤੇਰੇ ਨਾਲ ਟੌਰ ਸੀ ਸਾਡੀ ਵੇ, ਸੀਗਾ ਭਰਮ ਤੇਰਾ ਤੈਨੂੰ ਦੱਸਦੇ ਹਾਂ, ਸੀਗਾ ਭਰਮ ਤੇਰਾ ਤੈਨੂੰ ਦੱਸਦੇ ਹਾਂ। ਤੂੰ ਦਿਲੋਂ ਵਗਾ ਕੇ ਸੁੱਟਤਾ ਵੇ, ਅਸੀਂ ਲੱਖਾਂ ਦਿਲਾਂ ਵਿੱਚ ਵਸਦੇ ਹਾਂ। ਤੂੰ ਦਿਲੋਂ ਵਗਾ ਕੇ ਸੁੱਟਤਾ ਵੇ, ਅਸੀਂ ਲੱਖਾਂ ਦਿਲਾਂ ਵਿੱਚ ਵਸਦੇ ਹਾਂ। ਅਸੀਂ ਲੱਖਾਂ ਦਿਲਾਂ ਵਿੱਚ ਵਸਦੇ ਹਾਂ। ਜਦੋਂ ਕਿ ਮੋਨਿਕਾ ਜੀ ਇਹ ਗੀਤ ਗਾ ਰਹੇ ਆ, ਉਹਨਾਂ ਦਾ ਮਤਲਬ ਹੈ ਲੱਖਾਂ ਦਿਲਾਂ 'ਚ ਵਸਦੇ, ਕਿਉਂਕਿ ਇਹਨਾਂ ਦੀ ਕਲਾਕਾਰੀ ਔਰ ਇਹਨਾਂ ਦੀ ਰਾਈਟਿੰਗ ਔਰ ਇਹਨਾਂ ਦਾ ਸੰਗੀਤ ਜਿਹੜਾ ਆ ਬਹੁਤ ਹੀ ਪਿਆਰਾ, ਔਰ ਕੌਮ ਪ੍ਰਤੀ ਇਹਨਾਂ ਦੀ ਜਿਹੜੀਆਂ ਟੇਪਾਂ ਆਈਆਂ ਉਹਨੇ। ਚਲੋ ਅੱਜ ਸਾਡੇ ਕੋਲ ਇੰਨਾ ਟਾਈਮ ਨਹੀਂ ਸੀਗਾ ਕਿ ਅਸੀਂ ਇੱਕਦਮ ਹੀ ਸਾਨੂੰ ਸਟੂਡੀਓ 'ਚ ਆਉਣਾ ਪਿਆ। ਅਗਲੇ ਹਫਤੇ ਅਸੀਂ ਇਹਨਾਂ ਦੇ ਜਿੰਨੇ ਵੀ ਗੀਤ ਹੋਗੇ ਜਿਹੜੇ ਅਸੀਂ ਪਹਿਲਾਂ ਤਿਆਰ ਕਰਕੇ ਲਿਆਵਾਂਗੇ, ਔਰ ਇਹਨਾਂ ਨੂੰ ਵੀ ਇਸੇ ਤਰ੍ਹਾਂ ਪਹਿਲਾਂ ਦੱਸ ਕੇ ਲਿਆਵਾਂਗੇ ਵੀ ਤੁਸੀਂ ਆਹ ਜਿਹੜੇ ਗੀਤ ਆ ਤੁਹਾਡੇ ਜਿਹੜੇ ਆਉਣੇ ਵਾਲੇ ਉਹਨਾਂ ਦੀਆਂ ਕੋਈ ਨਾ 2-2 4-4 ਲਾਈਨਾਂ ਜ਼ਰੂਰ ਸੁਣਾਓ। ਕਿ ਇਸ ਤਰ੍ਹਾਂ ਜਿਹੜਾ ਸਮਾਜ ਦੇ ਵਿੱਚ ਜਦੋਂ ਸਾਡੇ ਕੋਲ ਲੇਡੀਜ਼ ਆਉਂਦੀਆਂ ਹਨ ਜਾਂ ਕੋਈ ਭੈਣ ਭਰਾ ਆਉਂਦਾ ਹੈ, ਅਸੀਂ ਉਹਨੂੰ ਹੌਸਲਾ ਅਫਜ਼ਾਈ ਕਰਾਂਗੇ ਤਾਂ ਉਸ ਦਾ ਜਿਹੜਾ ਹੌਸਲਾ ਅਫਜ਼ਾਈ ਅੱਗੇ ਜਾਵੇ। ਅੱਜ ਜੇ ਇਹ ਵਿਨਸ ਟੀਵੀ ਦੇ ਥਰੂ, ਆਜ਼ਾਦ ਟੀਵੀ ਚੱਲ ਰਿਹਾ ਹੈ ਤੇ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਇਹਨਾਂ ਦੀ ਜਿਹੜੀ ਆਵਾਜ਼ ਜਾਵੇਗੀ ਔਰ ਇਹਨਾਂ ਦੇ ਚਾਹਣੇ ਵਾਲੇ ਵਧਣਗੇ, ਇਹਨਾਂ ਨੂੰ ਪਿਆਰ ਕਰਨ ਵਾਲੇ ਔਰ ਇਹਨਾਂ ਨੂੰ ਸੁਣਨ ਵਾਲੇ ਵੀ ਵਧਣਗੇ। ਜਦੋਂ ਸੁਣਨ ਵਾਲੇ ਵਧਣਗੇ ਤਾਂ ਜਿਹੜੀ ਦੂਸਰਿਆਂ ਦੀ ਤਕਲੀਫ ਆ ਜਿਹੜੇ 2-4 ਲੋਕਾਂ ਦੀ ਹੁੰਦੀ ਉਹ ਵੀ ਵਧੂਗੀ, ਤੇ ਉਸ ਦੇ ਨਾਲ ਵਧਣ ਦੇ ਨਾਲ ਇਹਨਾਂ ਨੂੰ ਹੌਸਲਾ ਹੋਏਗਾ ਕਿ ਹਾਂ ਮੇਰੇ ਚਾਹਣੇ ਵਾਲੇ ਵੀ ਹਨ ਤੇ ਦੂਸਰੇ ਮੇਰੇ ਬੰਦੇ ਵੀ ਹਨ, ਤਾਂ ਕਿ ਉਹਨਾਂ ਜਿਹੜੇ ਆਪੋਜਿਟ ਹੁੰਦੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਕੀਲਣਾ ਉਸ ਦੇ ਬਾਰੇ ਵੀ ਇਹ ਗੀਤ ਅੱਗੇ ਤੋਂ ਕਰਨਗੇ। ਤੇ ਤੁਸੀਂ ਤਨੂ ਜੀ ਕੀ ਗਾਣਾ ਚਾਹੁੰਦੇ ਜਿਹੜਾ ਦਰਦ भरा गीत नहीं गाया? जो ये आपको समझ आया कि नहीं आया? पहले बात मुझे थोड़ा बहुत समझ में आया क्योंकि मेरे को पंजाबी इतनी समझ में नहीं जितना आया उतने से। लेकिन जो ये जितने भी गीत इनके मैंने सुने, जो अभी भी इन्होंने जो गाया, उसमें इनकी फीलिंग्स साफ दिख रही है कि वो कितने प्योर हार्ट से जब वो कलम पकड़ते हैं, जब वो लिखते हैं तो कितने साफ दिल से अपनी राइटिंग बाहर लेकर आते हैं कागज़ पे, और उसी की वजह से वो वर्ड्स इतने स्ट्रांगली सामने आते हैं कि जब वो कोई भी अगर अच्छा कोई भी ऑडियंस अगर उस संगीत को सुनेगी तो वो अप्रिशिएट करे बिना रह नहीं पाएगी, क्योंकि उसका जो लिखावट है वो इतनी प्योर है और उनकी वो पूरी फीलिंग्स दिखाते हैं कि हाँ उन्होंने स्ट्रगल भी किया है, वो अपनी स्टोरी भी समवेयर कहीं ना कहीं बताते रहते हैं। अब तनु जी लास्ट में हम हैं तो आप जो व्यूअर है उनको क्या मैसेज देना चाहते हैं लास्ट में? मैं व्यूअर्स को यही मैसेज दूंगी कि आप शायद आपको समझना चाहिए अब कि किसी को दबाने से आप कभी कामयाब नहीं होगे। रादर हमारे जो भी हमारा टैलेंट है या जो भी हम जिस भी फील्ड में उभर रहे हैं, हमारे सहायक बने, हमें सपोर्ट करें कि हम आगे बढ़ते रहें, रादर हमें नीचे खींचने के या पीछे खींचने के, लोगों को या कलाकारों को पीछे खींचने के, और हमारा साथ दें। मोनिका जी ਤੁਹਾਨੂੰ ਪਤਾ ਅੱਜ ਸਾਡੀਆਂ ਕਾਲਾਂ ਨਹੀਂ ਆਈਆਂ ਸਾਡੇ ਟੈਕਨੀਕਲ ਪ੍ਰੋਬਲਮ ਹੋਣ ਕਰਕੇ, ਤੇ ਕਿਉਂਕਿ ਆਪਣੇ ਵਿਊਅਰ ਆ ਜਿਹੜੇ ਮੇਰੇ ਫੋਨ ਤੇ ਮੈਸੇਜ ਕਰ ਰਹੇ ਹਨ, ਤੇ ਚਲੋ ਤੁਸੀਂ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਅੱਜ ਦਾ ਲਾਸਟ ਦੇ ਉੱਤੇ ਹਮ ਆਪਣਾ ਪ੍ਰੋਗਰਾਮ ਜਿਹੜਾ ਖਤਮ ਹੋ ਰਿਹਾ ਆ? ਜੇ ਅੱਜ ਜਿਹੜੀਆਂ ਸਾਡੀ ਅਸੀਂ ਕਾਲਾਂ ਨਹੀਂ ਲੈ ਰਹੇਗੇ, ਚਲੋ ਉਹਨਾਂ ਨੂੰ ਮੈਂ ਇਹ ਮੈਸੇਜ ਕਰਦੀ ਹਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਆਵਾਂਗੇ ਤੇ ਅਸੀਂ ਸਾਰਿਆਂ ਦੀਆਂ ਕਾਲਸ ਵੀ ਅਟੈਂਡ ਕਰਾਂਗੇ ਤੇ ਉਹਨਾਂ ਦੇ ਜਵਾਬ ਵੀ ਦੇਵਾਂਗੇ। ਤੇ ਅੱਜ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਕਿ ਉਹਨਾਂ ਦੇ ਨਾਲ ਸਾਡੀ ਗੱਲਬਾਤ ਜਿਹੜੀ ਨਹੀਂ ਹੋ ਪਾਈ ਹੈਗੀ ਆ। ਤੇ ਦੂਸਰੀ ਗੱਲ ਇਹ ਹੈ ਕਿ ਮੈਂ ਜਾਂਦੇ ਜਾਂਦੇ ਇੱਕ ਧੰਨਵਾਦ ਕਰਨਾ ਚਾਹੁੰਦੀ ਸਾਰੇ ਦਰਸ਼ਕਾਂ ਦਾ ਜਿਹੜੇ ਆਜ਼ਾਦ ਟੀਵੀ ਦੇਖ ਰਹੇ ਆ। ਸੋ ਜਿੰਨੀ ਮੇਰੀ ਸਪੋਰਟ ਦੇ ਵਿੱਚ ਆ, ਮੇਰਾ ਮਹਿਲਾ ਵਿੰਗ ਆ, ਮੇਰੀਆਂ ਆਸ਼ਾ ਵਰਕਰਸ ਆ, ਤੇ ਜਿਨ੍ਹਾਂ ਨੇ ਮੈਨੂੰ ਇੱਥੇ ਸੱਦਿਆ, ਅਮਰਜੀਤ ਸਿੰਘ ਜੀ, ਕਸ਼ਮੀਰੀ ਲਾਲ ਬਸਨ ਜੀ ਇਟਲੀ ਤੋਂ, ਆਜ਼ਾਦ ਟੀਵੀ, ਐਂਡ ਜੱਸੀ ਗੱਡੂ ਜੀ ਦੁਬਈ ਦੇ ਵਿੱਚ, ਤੇ ਜਿੰਨੇ ਵੀ ਮੇਰੇ ਸਪੋਰਟਡ ਆ, ਜਿੰਨੇ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ। ਖਾਸ ਕਰਕੇ ਮੇਰੇ ਮਦਰ ਫਾਦਰ ਲੀਜ਼ਾ ਆਵੀ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ, ਜੋ ਕਿ ਆਪਣਾ ਮੈਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਹੇ ਆ। ਮੇਰੇ ਭੈਣਾਂ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਜੀ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ। ਕਿਉਂਕਿ ਅਸੀਂ ਜਿਹੜਾ ਸਾਡਾ ਐਂਡ ਤੇ ਸਾਡਾ ਪ੍ਰੋਗਰਾਮ ਹੈ, ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਕਿਸੇ ਦੀ ਵੇਟ ਨਹੀਂ ਕਰਦਾ, ਤੇ ਅਸੀਂ ਮੋਨਿਕਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਾਰਟ ਟਾਈਮ ਦੇ ਵਿੱਚ ਸਾਡੇ ਕੋਲ ਆ ਕੇ ਇੱਥੇ ਆਪਣਾ ਪ੍ਰੋਗਰਾਮ ਦਿੱਤਾ, ਤੇ ਤਨੂ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਮਨੋਜ ਜੀ ਜੋ ਪਿੱਛੇ ਅੰਦਰ
ਬੈਠੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜਾ ਭਾਰਤੀ ਹਾਈ ਕਮਿਸ਼ਨਰ ਦੇ ਜਿਹੜਾ ਬਾਬਾ ਸਾਹਿਬ ਦਾ 26 ਤਰੀਕ ਵਾਲਾ ਜਿਹੜਾ ਨਵੰਬਰ ਦਾ ਸੀ ਸੰਵਿਧਾਨ ਦਿਵਸ ਮਨਾਇਆ ਗਿਆ, ਉਸ ਦੇ ਵਿੱਚ ਵੀ ਬਹੁਤ ਹੀ ਰੌਣਕਾਂ ਸਨ। ਉਸ ਦੇ ਵਿੱਚ ਵੀ ਮੋਨਿਕਾ ਜੀ ਨੇ ਆਪਣਾ ਪਾਰਟਿਸਿਪੇਟ ਕੀਤਾ, ਉੱਥੇ ਵੀ 5 ਮਿੰਟ ਇਹਨਾਂ ਨੇ ਸਪੀਚ ਕੀਤੀ। ਜਦੋਂ ਕਿ ਜਿਹੜਾ ਕੋਈ ਵੀ ਬੱਚਾ ਆ ਜਿਹੜਾ ਜਦੋਂ ਪੜ੍ਹ ਕੇ ਭਾਰਤ ਦੇਸ਼ ਦੀ ਧਰਤੀ ਤੋਂ ਆਉਂਦਾ ਹੈ, ਉਹ ਬਾਬਾ ਸਾਹਿਬ ਨੂੰ ਬਿਨਾਂ ਕੀਤਿਓ ਗੱਲ ਬਾਬਾ ਸਾਹਿਬ ਤੋਂ ਉਹ ਪੂਰਾ ਨਹੀਂ ਹੁੰਦੀ ਗੱਲ। ਤੇ ਲੇਕਿਨ ਅਸੀਂ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਜਿਹਨਾਂ ਕੋਲ ਅੱਜ ਨਹੀਂ ਜੇ ਲੈ ਸਕੇ ਅਸੀਂ, ਮੈਂ ਮਾਫੀ ਚਾਹੁੰਦਾ ਹਾਂ। ਤੇ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਜਿੰਦੇ ਰਹੇ ਤਾਂ ਫਿਰ ਮਿਲਾਂਗੇ। ਰੱਬ ਰੱਖਾ। ਜੈ ਗੁਰਦੇਵ, ਧੰਨ ਗੁਰਦੇਵ।